ਉਜਾਰੋ ਦੀਪਾ ਉਜਾਰੋ ਦੀਪਾ। ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 821 ਪੇਜ 821। ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪ ਦੇ ਦੁਪ ਦੇ ਘਰ ਸੱਤਵਾਂ। ਇਹ ਸ਼ਾਸੀ ਜੋ ਸ਼ਬਦ ਵਿਚਾਰ ਦੀ ਲੜੀ ਛੇੜੀ ਹੈ ਉਹਦੇ ਅਸੀਂ ਸ਼ਬਦ ਲਈ ਆ ਰਹੇ ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿੰਨਾ ਗਿਆਨ ਬਾਣੀ ਦੇ ਰਾਹੀਂ ਸਾਨੂੰ ਇਹਨਾਂ ਸ਼ਬਦਾਂ ਨਾਲ ਆਉਂਦਾ ਹੈ ਉਹ ਸ਼ਬਦ ਦੋ ਕਿਸਮ ਦੇ ਨੇ। ਜਿਹੜਾ ਸ਼ਬਦ ਤੁਹਾਡੇ ਹੱਥਾਂ 'ਚ ਔਰ ਅਸੀਂ ਸ਼ੁਰੂ ਕਰਨ ਲੱਗੇ ਹਾਂ ਇਹ ਗਿਆਨ ਦੇਗਾ ਔਰ ਗਿਆਨ ਵੀ ਜ਼ਿਆਦਾ ਫੋਕਸ ਇਹਦੇ 'ਤੇ ਹੋਏਗਾ ਵੀ ਨਾਮ ਜਪੋ। ਸਾਰਾ ਸ਼ਬਦ ਸਾਨੂੰ ਨਾਮ ਜਪਣ ਲਈ ਪ੍ਰੇਰੇਗਾ ਔਰ ਅਸੀਂ ਪਹਿਲੀ ਤੁਕ ਪੜ੍ਹੀ ਹੈ ਉਹਦੀ ਸਤਿਗੁਰ ਸਭ ਦੇ ਦੱਦੇ ਨੂੰ ਸਿਹਾਰੀ ਹੈ। ਉਜਾਰੋ ਦੀਪਾ ਵੀ ਮੇਰੇ ਅੰਦਰ ਲੈਂਪ ਬਲ ਉੱਠਿਆ, ਮੇਰੇ ਸਰੀਰ ਦੇ ਅੰਦਰ ਲੋ ਹੋਣ ਲੱਗ ਪਈ ਜਿਹੜਾ ਮੈਂ ਸ਼ਬਦ ਦੇ ਨਾਲ ਔਰ ਉਹ ਸ਼ਬਦ ਸਤਿਗੁਰ ਦਾ ਹੈ। ਐਸੀ ਹਸਤੀ ਹੈ, ਪਾਵਰ ਹੈ, ਵਜੂਦ ਹੈ ਜਿਹੜਾ ਕਿ ਬੜੀ ਬੜੀ ਭਗਤਾਂ ਦੇ ਅੰਦਰ ਆਉਂਦਾ ਹੈ। ਇਨਸਾਨ ਨਹੀਂ ਹੈ ਉਹ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਇਸ ਕਰਕੇ ਉਹ ਸਤਿਗੁਰ ਦੀ ਬਾਣੀ ਹੀ ਸਾਰਾ ਗਿਆਨ ਹੈ। ਸਾਰੀ ਬਾਣੀ ਕਿਹਦੀ ਹੈ? ਸਤਿਗੁਰ ਕੀ ਬਾਣੀ। ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੁਰੂ ਰਾਮਦਾਸ ਸਾਹਿਬ ਜੀ ਮਹੱਲਾ ਚੌਥਾ ਕਹਿੰਦਾ ਵੀ ਇਹ ਜਿਹੜੀ ਬਾਣੀ ਦੇ ਸ਼ਬਦ ਹੈ ਜਾਂ ਬਾਣੀ ਹੈ ਸਾਰੀ ਇਹ ਸਤਿਗੁਰ ਦੀ ਹੈ, ਮੇਰੀ ਬਾਣੀ ਨਹੀਂ ਹੈ। ਦੇਖੋ ਕੈਸੀ ਤੁਕ ਹੈ। ਸਤਿਗੁਰ ਕੀ ਬਾਣੀ ਐਂ ਲੱਗਦਾ ਜਿੱਦਾਂ ਗੁਰਸਿੱਖਾਂ 'ਚ ਬੈਠ ਕੇ ਜਿਹੜਾ ਮੰਜੀ ਸਾਹਿਬ ਅਸਲ ਅਸਥਾਨ ਆ ਉੱਥੇ ਉਸ ਜਿਹੜਾ ਐਡੀ ਵੱਡੀ ਚੀਜ਼ ਬਣੀ ਆ ਸਾਡਾ ਤਲਾਅ ਔਰ ਸਰੋਵਰ ਔਰ ਆਲੇ ਦੁਆਲੇ ਹੁਣ ਬਿਲਡਿੰਗਾਂ ਤੁਸੀਂ ਦੇਖੋਗੇ, ਲੇਕਿਨ ਪਹਿਲਾਂ ਇੱਥੇ ਗੁਰੂਆਂ ਦੇ ਘਰ ਹੁੰਦੇ ਸੀ। ਆਲੇ ਦੁਆਲੇ ਪਾਣੀ ਦੀ ਉਸ ਵੇਲੇ ਮਾਝੇ 'ਚ ਪਾਣੀ ਦਾ ਕੀ ਸਾਰੀ ਦੁਨੀਆ 'ਚ ਹੀ ਪਾਣੀ ਦਾ ਘਾਟਾ ਹੁੰਦਾ ਔਰ ਜਿੱਥੇ ਪਾਣੀ ਮਿਲ ਜਾਏ ਉਹਦੇ 'ਤੇ ਫਿਰ ਬਸਤੀਆਂ ਕਾਇਮ ਹੋ ਜਾਂਦੀਆਂ। ਜਿੱਦਾਂ ਸਾਡੇ ਅਮਰੀਕਾ ਕੈਨੇਡਾ 'ਚ ਡਾਊਨ ਟਾਊਨ ਬਣਿਆ ਇੱਕ। ਡਾਊਨ ਟਾਊਨ ਦਾ ਮਤਲਬ ਹੈ ਉੱਥੇ ਪਾਣੀ ਦਾ ਜਮਾ ਹੁੰਦਾ, ਬਾਕੀ ਆਲੇ ਦੁਆਲੇ ਉੱਚੀ ਜ਼ਮੀਨ ਹੁੰਦੀ। ਇਸੇ ਕਰਕੇ ਸਾਰਾ ਸ਼ਹਿਰ ਉੱਚਾ ਹੋਊਗਾ, ਡਾਊਨ ਟਾਊਨ ਨੀਵੇਂ ਥਾਂ ਹੁੰਦਾ। ਪੁਰਾਣੇ ਜਿਹੜੇ ਸੈਟਲਰ ਸੀ ਉਹਨਾਂ ਨਾਲ ਬਸਤੀਆਂ ਇਹ ਥਾਂ ਬਿਠਾਈਆਂ ਜਿੱਥੇ ਪਾਣੀ ਮਿਲ ਸਕੇ। ਤੋ ਇਹ ਵੀ ਜਿੱਥੇ ਹਰਿਮੰਦਰ ਸਾਹਿਬ ਬਣਿਆ ਹੈ ਸਰੋਵਰ ਹੈ, ਸਰੋਵਰ ਦਾ ਸਭ ਤੋਂ ਜਿਹੜਾ ਥੱਲਾ ਹੈ, ਮੈਂ ਉੱਥੇ ਦਾ ਇੰਜੀਨੀਅਰ ਰਹਿ ਚੁੱਕਾ। ਸਰੋਵਰ ਥੱਲਾ ਜਿੱਥੇ ਉਹ ਜ਼ੀਰੋ ਕੰਟੂਰ ਹੈ, ਉੱਥੇ ਜ਼ੀਰੋ ਲੈ। ਉੱਥੋਂ ਬਾਅਦ ਫਿਰ ਸਾਰਾ ਅੰਮ੍ਰਿਤਸਰ ਆਲੇ ਦੁਆਲੇ ਉਹ ਸਾਰਾ ਉੱਚੇ ਥਾਂ ਬਸੇ ਆ। ਉਹ ਸਦੀਆਂ ਤੋਂ ਪਾਣੀ ਇੱਥੇ ਜਮ੍ਹਾਂ ਹੁੰਦਾ ਸੀ। ਉਹਦੇ ਕੰਢੇ ਗੁਰੂ ਅਕਬਰ ਨੇ ਜ਼ਮੀਨ ਦਿੱਤੀ ਔਰ ਗੁਰੂ ਰਾਮਦਾਸ ਸਾਹਿਬ ਨੇ ਫਿਰ ਇਹ ਨਗਰ ਵਸਾਇਆ ਕਿਉਂਕਿ ਉਹ ਚੇਲੇ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ। ਤਾਂ ਉਹਨਾਂ ਨੇ ਨਗਰ ਵਸਾਇਆ। ਇਹਦਾ ਨਾਮ ਗੁਰੂ ਕਾ ਚੱਕ ਸੀ। ਪਹਿਲਾਂ ਅੰਮ੍ਰਿਤਸਰ ਪਿਆਰ ਨਾਲ ਅਸੀਂ ਨਾਂ ਪਿੱਛੋਂ ਰਖੋ ਗਿਆ, ਲੇਕਿਨ ਸਾਰਾ ਪੁਰਾਤਨ ਨਾਂ ਚੱਕ ਹੁੰਦੇ ਸੀ। ਇਹ ਗੁਰੂ ਕਾ ਚੱਕ ਔਰ ਇਹਦਾ ਜਿਹੜਾ ਅਕਬਰ ਨਾਲ ਰਜਿਸਟਰੀ ਕੀਤੀ ਹੈ ਜਿਹਨੂੰ ਪਟਾ ਕਹਿੰਦੇ ਜ਼ਮੀਨ ਦਾ, ਉਹ ਮੈਂ ਆਪ ਪੜ੍ਹਿਆ। ਉਹ ਜੇਠੇ ਦੇ ਨਾਮ ਹੈ ਰਜਿਸਟਰੀ। ਗੁਰੂ ਰਾਮਦਾਸ ਸਾਹਿਬ ਦਾ ਪਹਿਲਾ ਨਾਂ ਜੇਠਾ ਸੀ। ਇਸ ਕਰਕੇ ਉਹ ਸਾਰਾ ਜਿਹੜੀ ਬਸਤੀ ਹੋਣੀ ਉਹ 'ਚ ਇੱਕ ਮੰਜੀ ਸਾਹਿਬ ਅਸਥਾਨ ਐਸਾ
ਜਿੱਥੇ ਹੁਣ ਵੀ ਖੁੱਲ੍ਹਾ ਥਾਂ ਬਣਾਤਾ, ਉੱਥੇ ਬੈਠ ਕੇ ਗੁਰੂ ਬਾਹਰ ਨਿਕਲ ਕੇ ਘਰਾਂ ਤੋਂ ਜਿਸ ਵੇਲੇ ਉਪਦੇਸ਼ ਕਰਨਾ ਹੋਏ, ਆਲੇ ਦੁਆਲੇ ਸਿੱਖ ਹੁੰਦੇ ਸੀ ਔਰ ਸਿੱਖਾਂ ਨਾਲ ਸਾਂਝ ਕਰਦੇ ਸੀ। ਜਿਹੜਾ ਉੱਤੋਂ ਸ਼ਬਦ ਆਉਂਦਾ ਸੀ, ਇਹ ਸਾਰੇ ਸ਼ਬਦ ਸਤਿਗੁਰ ਦੀ ਬਾਣੀ ਦੇ ਹੈ, ਸਤਿਗੁਰ ਦੇ ਸ਼ਬਦ ਆ ਉੱਤੋਂ ਭੇਜੇ। ਤਦੇ ਗੁਰੂ ਰਾਮਦਾਸ ਸਾਹਿਬ ਨੇ ਤਾਂ ਕੀਤੀ, ਸਤਿਗੁਰ ਕੀ ਬਾਣੀ ਮੇਰੀ ਬਾਣੀ ਨਹੀਂ ਹੈ। ਸਤ ਸਤ ਕਰ ਜਾਣੋ ਗੁਰ ਸਿੱਖੋ। ਸਾਹਮਣੇ ਗੁਰਸਿੱਖਾਂ ਨੂੰ ਪ੍ਰਬੋਧਨ ਕਰ ਰਹੇ ਬੈਠੇ ਹੋਣੇ, ਦੁਆਲੇ ਦੁਆਲੇ ਸਿੱਖ ਬੈਠੇ ਹੋ, ਕਹਿੰਦੇ ਭਾਈ ਮੇਰੀ ਬਾਣੀ ਨਹੀਂ ਹੈ, ਸਤਿਗੁਰ ਕੀ ਬਾਣੀ। ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹਨਾਂ ਦੇ ਮੂੰਹ ਬਾਰਕ ਮੂੰਹਾਂ ਥਾਣੀ ਆ ਸਾਰੇ ਸ਼ਬਦ ਆਏ ਆ, ਲੇਕਿਨ ਸ਼ਬਦ ਸਤਿਗੁਰ ਦੇ ਆ। ਔਰ ਇਸੇ ਕਰਕੇ ਇਹ ਸ਼ਬਦ ਦੀ ਜਿਹੜੀ ਸਤਰ ਹੈ ਉਹਨੂੰ ਪਹਿਲਾਂ ਇਹ ਸਮਝ ਲਈਏ ਵੀ ਪਹਿਲੀ ਲਾਈਨ ਕੀ ਕਹਿੰਦੀ ਹੈ। ਸਤਿਗੁਰ ਦਾ ਸ਼ਬਦ ਹੈ, ਲੇਕਿਨ ਸ਼ਬਦ ਨਹੀਂ ਹੈ ਇੱਥੇ। ਦੱਦੇ ਨੂੰ ਸਿਹਾਰੀ ਹੈ, ਬੁਲਾਵਾਂਗੇ ਤਾਂ ਮਤਲਬ ਸਮਝ ਆਉਣਗੇ। ਸਤਿਗੁਰ ਸਭ ਦੇ ਉਜਾਰੂ ਦੀਪਾ, ਸਤਿਗੁਰ ਸਭ ਦੇ, ਸ਼ਬਦ ਦੇ ਨਾਲ ਗੁਰੂਆਂ ਦੇ ਸ਼ਬਦ ਨਹੀਂ ਹੈ। ਉਹਨਾਂ ਨੇ ਤਾਂ ਉੱਤੇ ਨਾਂ ਨਹੀਂ ਲਿਖਿਆ, ਮਹੱਲਾ ਚੱਲਦਾ। ਇਸ ਕਰਕੇ ਬੜੀ ਗਰੀਬੀ 'ਚ ਬਾਣੀ ਆਈ ਔਰ ਗੁਰੂਆਂ ਨੂੰ ਉਹਨਾਂ ਨੂੰ ਆਈ ਜਿਹਨਾਂ ਨੇ ਆਪਣਾ ਵਿੱਚ ਨਹੀਂ ਰੱਖਿਆ। ਸਤਿਗੁਰ ਦਾ ਸ਼ਬਦ ਹੈ, ਇਹ ਸਤਿਗੁਰ ਸਭ ਦੇ। ਇਹਦੇ ਨਾਲ ਮੇਰੇ ਅੰਦਰ ਦੀਵਾ ਬਲ ਉੱਠਿਆ। ਉਜਾਰੋ ਕਹਿੰਦੇ ਬਲ ਨੂੰ, ਲੋਹ ਹੋ ਗਈ ਅੰਦਰ, ਦੀਪਾ ਦੀਪ ਬਣ ਗਿਆ, ਚਿਰਾਗ ਅੰਦਰ ਮੇਰੇ ਰੌਸ਼ਨੀ ਹੋਣ ਲੱਗ ਪਈ। ਅੱਗੇ ਮੈਂ ਅੱਖਾਂ ਮੀਟਦਾ ਸੀ ਤੇ ਅੰਦਰ ਅੰਧੀ ਕੋਠੀ ਤੇਰਾ ਨਾਮ ਨਹੀਂ। ਜਦੋਂ ਵੀ ਅੱਖਾਂ ਬੈਠ ਕੇ ਮੈਂ ਮੀਟਦਾ ਸੀ, ਸਾਰਾ ਅੰਦਰ ਘੁੱਗੂ ਘੂ ਹਨੇਰਾ, ਕੱਖ ਕਿਸੇ ਸਾਨੂੰ ਕਿਸੇ ਨੂੰ ਵੀ ਨਹੀਂ। ਇਹ ਦੀਵਾ ਬਲਿਆ ਹਾਲੀ। ਇਸ ਕਰਕੇ ਜਦੋਂ ਅੰਦਰ ਬਣ ਲੱਗ ਪੈਂਦਾ ਹੈ, ਫਿਰ ਬੰਦਾ ਅੱਖਾਂ ਮੀਟ ਕੇ ਫਿਰ ਬਾਹਰ ਜਾਂਦੀ ਹੀ ਨਹੀਂ ਬਿਰਤੀ, ਕਹਿੰਦਾ ਮੇਰੇ ਤੇ ਅੰਦਰ ਹੀ ਸਭ ਕੁਝ ਆ ਗਿਆ। ਤੋ ਇਸ ਕਰਕੇ ਸ਼ਬਦ ਵੀ ਦੋ ਕਿਸਮ ਦੇ ਹੈ। ਆ ਜਿਹੜਾ ਸ਼ਬਦ ਅਸੀਂ ਸ਼ੁਰੂ ਕਰਨ ਲੱਗੇ ਆ, ਇਹ ਵੀ ਸ਼ਬਦ ਹੈ, ਪਰ ਸ਼ਬਦ ਗੁਰੂਆਂ ਦਾ ਨਹੀਂ ਹੈ, ਸਤਿਗੁਰ ਸ਼ਬਦ ਦੇ, ਸਤਿਗੁਰ ਦਾ ਸ਼ਬਦ ਹੈ। ਔਰ ਫਿਰ ਜਿਹੜਾ ਸ਼ਬਦ ਜਪਣ ਵਾਲਾ ਹੈ, ਉਹਦੀ ਵਡਿਆਈ ਸਾਰੀ ਦਿੱਤੀ ਹੋ ਵੀ ਭਾਈ ਤੂੰ ਜਿਹੜਾ ਜਪਦਾ ਸ਼ਬਦ ਉਹ ਇੱਕ ਹੈ, ਪਰਮੇਸ਼ਰ ਦਾ ਨਾਮ ਹੈ। ਔਰ ਉਹਦੇ ਨਾਲ ਜਪਣ ਨਾਲ, ਉਹਦੀ ਕਮਾਈ ਕਰਨ ਨਾਲ ਤੈਨੂੰ ਅੰਦਰ ਆਹ ਚੀਜ਼ਾਂ ਮਿਲਣਗੀਆਂ। ਬਿਆਨ ਤੌਰ ਤੂੰ ਹੈਰਾਨ ਰਹਿ ਜਾਏਗਾ ਵੀ ਮੇਰੇ ਅੰਦਰ ਆ ਕੀ ਹੋ ਰਿਹਾ ਹੈ। ਔਰ ਫਿਰ ਤੇਰੀ ਬਿਰਤੀ ਬਾਹਰ ਜਾਣੀ ਨਹੀਂ, ਮਨ ਜਾਣਾ ਨਹੀਂ, ਉਹਨਾਂ ਦੇ ਵਿੱਚ ਹੀ ਅੰਦਰ ਹੀ ਤੇਰੀ ਬਿਰਤੀ ਲੱਗ ਜਾਣੀ, ਅੰਤਰਗਤੇ ਧਿਆਨੇ ਤੂੰ ਹੋ ਜਾਣਾ। ਇਸ ਕਰਕੇ ਲੇਕਿਨ ਹੋਏਗਾ ਸਤਿਗੁਰ ਦੇ ਸ਼ਬਦ ਦੇ ਨਾਲ। ਉਹ ਸ਼ਬਦ ਜਪਣ ਵਾਲਾ ਹੈ। ਆ ਜਿਹੜਾ ਸਾਰਾ ਅਸੀਂ ਸ਼ਬਦ ਗਾਵਾਂਗੇ ਹੁਣ, ਇਹ ਗਿਆਨ ਦੇ ਰਿਹਾ ਹੈ। ਲੇਕਿਨ ਸ਼ਬਦ ਦੇ ਨਾਲ ਜੋ ਤੂੰ ਸ਼ਬਦ ਦੀ ਕਮਾਈ ਕਰੇਗਾ, ਇਹਨੂੰ ਗੁਰਮੰਤਰ ਵੀ ਕਿਹਾ, ਉਪਦੇਸ਼ ਵੀ ਕਿਹਾ, ਬਚਨ ਵੀ ਕਿਹਾ, ਦੀਖਿਆ ਵੀ ਕਿਹਾ, 16 ਦੇ ਨਾਮ ਕਰੀਮ, ਕੋਈ 16 ਤੋਂ ਵੀ ਉੱਤੇ। ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਜਪਣ ਵਾਲੇ ਦੇ ਨਾਂ ਹੈ। ਅੱਲਾ ਮਤਲਬ ਸਾਰੇ ਰਾਮ ਗੋਬਿੰਦ ਜਿੰਨੇ ਵੀ ਪਰਮੇਸ਼ਰ ਦੇ ਨਾਮ ਹੈ, ਉਹ ਵੈ ਸ਼ਬਦ ਸਾਰੇ, ਉਹਨਾਂ ਨੂੰ ਜਪਣਾ ਹੈ। ਸਾਰੇ ਸ਼ਬਦ ਨੂੰ ਜਪਣਾ ਨਹੀਂ ਹੈ, ਸਾਰੇ ਸ਼ਬਦ ਨੂੰ ਪੜ੍ਹਨਾ ਹੈ, ਗਾਉਣਾ ਹੈ, ਕਿਉਂਕਿ ਉੱਤੇ ਗਾਉਣ ਦਾ ਹੁਕਮ ਲਿਖਿਆ, ਔਰ ਸਮਝਣਾ ਹੈ। ਸੂਝੀ ਕਾਢੀਏ ਦੇ ਵਿੱਚ ਕੋਈ ਚੀਜ਼ ਲੱਭਣੀ ਅਸੀਂ, ਉਹ ਅਸੀਂ ਸੰਗਤ 'ਚ ਰਲ ਮਿਲ ਕੇ ਆਪਣੀ ਮੱਤ ਪਿੱਛੇ ਰੱਖ ਕੇ ਸਤਿਗੁਰ ਦੀ ਬਾਣੀ ਨਾਲ ਸ਼ਬਦ ਖੋਲ੍ਹ ਕੇ ਫਿਰ ਅਸੀਂ ਦੇਖਣਾ ਵੀ ਸਾਡੇ ਪੱਲੇ ਕੀ ਕੁਛ ਪਿਆ ਹੈ। ਤੋ ਸ਼ੁਰੂ ਤੋਂ ਅਸੀਂ ਆ ਜਿਹੜੀ ਸ਼ਬਦ ਵਿਚਾਰ ਲੜੀ ਤੋਰੀ ਹੈ, ਅਸੀਂ ਦੋ ਸ਼ਬਦ ਅਲੱਗਾ ਕਰ ਦਿੱਤੇ ਆ ਵੀ ਇੱਕ ਸ਼ਬਦ ਜਪਣ ਵਾਲਾ, ਇੱਕ ਸ਼ਬਦ ਗਿਆਨ ਦੇਣ ਵਾਲਾ। ਇਸ ਕਰਕੇ ਜਿਹੜਾ ਸ਼ਬਦ ਗਿਆਨ ਦੇਣ ਵਾਲਾ ਉਹ ਸਾਡੇ ਸਾਹਮਣੇ ਹੈ, ਤੁਹਾਡੇ ਹੱਥਾਂ 'ਚ ਹੈ। ਉਹ ਅਸੀਂ ਪਹਿਲਾਂ ਪੂਰਾ ਗਾਵਾਂਗੇ ਸੰਗਤ 'ਚ ਬੈਠ ਕੇ, ਸਾਰੇ ਰਲ ਮਿਲ ਕੇ। ਔਰ ਜਦੋਂ ਗਾਵਾਂਗੇ ਫਿਰ ਇੱਥੋਂ ਬਾਅਦ ਇਹਦੇ 'ਤੇ ਵਿਵੇਕ ਕਰਾਂਗੇ। ਵਿਵੇਕ ਦਾ ਮਤਲਬ ਹੈ ਵਿਚਾਰ ਕਰਾਂਗੇ, ਪਰ ਆਪਣੀ ਮੱਤ ਨਾਲ ਨਹੀਂ ਕੋਈ ਇਹਨੂੰ ਬਾਣੀ ਨੂੰ ਅਥਾਹ ਹੈ ਵਿਚਾਰ ਸਕਦਾ। ਸ਼ਬਦ ਨੂੰ ਸ਼ਬਦ ਨਾਲ ਖੋਲਾਂਗੇ, ਬਾਣੀ ਨੂੰ ਬਾਣੀ ਨਾਲ ਵਿਚਾਰਾਂਗੇ ਵੀ ਇਹ ਸ਼ਬਦ ਕੀ ਕਹਿ ਰਿਹਾ ਹੈ। ਇਹ ਥੋੜ੍ਹਾ ਜਿਹਾ ਪ੍ਰੀਫੇਸ ਅਸੀਂ ਹਰ ਚੌਂਕੀ 'ਚ ਤਾਂ ਬੰਨ੍ਹਦੇ ਹਾਂ ਵੀ ਤਾਂ ਕਿ ਸਾਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਏ ਵੀ ਸ਼ਬਦ ਦੋ ਕਿਸਮ ਦੇ ਹੈ।
ਆ ਜਿਹੜਾ ਅਸੀਂ ਗਾਉਂਦੇ ਪੜ੍ਹਦੇ ਪਾਠ ਕਰਦੇ ਜਿਹਦਾ ਇਹ ਵੀ ਸ਼ਬਦ ਹੈ, ਲੇਕਿਨ ਜਿੱਥੇ ਦੱਦੇ ਨੂੰ ਸਿਹਾਰੀ ਆ ਜਾਏ ਉਹ ਸ਼ਬਦ ਦੇ ਨਾਲ ਜੇ ਅਸੀਂ ਸਿਹਾਰੀ ਨਾ ਬਣਾਵਾਂਗੇ ਤੇ ਅਸੀਂ ਕੀ ਬੋਲਾਂਗੇ? ਦੇਖੋ ਧਿਆਨ ਨਾਲ ਦਰਸ਼ਨ ਕਰਕੇ ਦੇਖੋ, ਸਤਿਗੁਰ ਸ਼ਬਦ ਉਜਾਰੋ ਦੀਪਾ, ਸ਼ਬਦ ਨਾਲ ਨਹੀਂ ਬਣਨਾ ਜਾਂ ਦੀਪਾ, ਸਤਿਗੁਰ ਦੇ ਸ਼ਬਦ ਦੇ ਨਾਲ, ਸਤਿਗੁਰ ਸ਼ਬਦ ਦੇ ਦੱਦੇ ਨੂੰ ਸਿਹਾਰੀ ਦੇ ਹੈ, ਸਤਿਗੁਰ ਸ਼ਬਦ ਤੇ ਅੱਗੇ ਉਜਾਰੋ ਦੀਪਾ ਐਡੀ ਵੱਡੀ ਚੀਜ਼ ਹੈ। ਲੇਕਿਨ ਸਤਿਗੁਰ ਦਾ ਸ਼ਬਦ ਜਿਹੜਾ ਜਪਣ ਵਾਲਾ ਹੈ ਉਹਦੇ ਨਾਲ ਕਲਾ ਵਰਤਣੀ ਆਉਂਦੀਆਂ, ਇਸ ਕਰਕੇ ਦੱਦੇ ਦੀ ਸਿਹਾਰੀ ਬਣਾਉਣੀ ਔਰ ਉਹਦੇ ਨਾਲ ਫਿਰ ਸਮਝ ਆਏਗੀ। ਆਓ ਪਹਿਲਾਂ ਸਾਰਾ ਸ਼ਬਦ ਪਿਆਰ ਨਾਲ ਸਾਰੇ, ਇੱਕ ਬੰਨੇ ਦਾਸ ਬੋਲੇਗਾ, ਦੂਸਰੇ ਬੰਨੇ ਤੁਸੀਂ ਸ਼ੁੱਧ ਪੜ੍ਹਨਾ ਹੈ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪ ਦੇ ਦੁਪ ਦੇ ਘਰ ਸਤਵਾਂ, ਪੰਨਾ 821 ਪੇਜ 821। ਸਤਿਗੁਰ ਸਬਦ ਦੇ ਉਜਾਰ ਦੀਪਾ, ਸਤਿਗੁਰ ਸ਼ਬਦ ਦੇ ਉਜਾਰ ਦੀਪਾ, ਸਤਿਗੁਰ ਸ਼ਬਦ ਦੇ ਉਜਾਰ ਦੀਪਾ, ਸਤਿਗੁਰ ਸ਼ਬਦ ਦੇ ਉਜਾਰ ਦੀਪਾ। ਬਿਨ ਸਿਉ ਅੰਧਕਾਰ ਤੇ ਮੰਦਰੇ, ਬਿਨ ਸਿਉ ਅੰਧਕਾਰ ਤੇ ਮੰਦਰੇ, ਬਿਨ ਸਿਉ ਅੰਧਕਾਰ ਤੇ ਮੰਦਰੇ, ਰਤਨ ਕੋਠੜੀ ਖੁੱਲ੍ਹੀ ਅਨੂਪਾ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਖੁੱਲ੍ਹੀ ਖੁੱਲ੍ਹੀ ਨਹੀਂ ਕਹਿਣਾ, ਆ ਲੱਲੇ ਦੇ ਥੱਲੇ ਹਲੰਤ ਪਿਆ ਛੋਟਾ ਜਿਹਾ, ਉਹਦਾ ਵੀ ਮਤਲਬ ਹੈ ਐਡਾ ਉੱਚਾ ਬ੍ਰਹਮ ਗਿਆਨ ਹੈ। ਖੁੱਲ੍ਹੀ ਨਹੀਂ ਕਹਿਣਾ, ਖੁੱਲ੍ਹ ਹੀ, ਥੋੜਾ ਜਿਹਾ ਹਾ ਛੋਟਾ ਹੈ। ਇਹ ਸਤਿਗੁਰ ਸਬਦ ਦੇ ਉਜਾਰ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰੇ, ਇਹ ਬਿਨ ਸਿਉ ਅੰਧਕਾਰ ਤੇ ਮੰਦਰੇ, ਰਤਨ ਕੋਠੜੀ ਖੁੱਲ੍ਹੀ ਅਨੂਪਾ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਦੋ ਡੰਡੀਆਂ ਏਕਾ, ਦੋ ਡੰਡੀਆਂ ਰਹਾਓ, ਇਹ ਰਹਾਓ ਦੀ ਤੁਕ ਆ ਗਈ ਪਹਿਲੀ, ਇਸ ਕਰਕੇ ਹੁਣ ਰਹਾਓ ਤੋਂ ਬਾਅਦ ਅਸੀਂ ਤੁਕਾਂ ਗਾਉਣ ਲੱਗੇ ਹਾਂ। ਬੇਸਮਨ ਬੇਸਮ ਭੈ ਜੋ ਪੇਖਿਓ, ਬੇਸਮਨ ਬੇਸਮ ਭੈ ਜੋ ਪੇਖਿਓ, ਕਹਿਨ ਨਾ ਜਾਏ ਵਡਿਆਈ, ਕਹਿਨ ਨਾ ਜਾਏ ਵਡਿਆਈ, ਕਹਿਨ ਨਾ ਜਾਏ ਵਡਿਆਈ, ਕਹਿਨ ਨਾ ਜਾਏ ਵਡਿਆਈ। ਮਗਨ ਭਏ ਉਹਾਂ ਸੰਗੇ ਮਾਤੇ, ਮਗਨ ਭਏ ਉਹਾਂ ਸੰਗੇ ਮਾਤੇ, ਓਤ ਪੋਤ ਲਪਟਾਈ, ਓਤੇ ਪੋਤੇ ਲਪਟਾਈ, ਓਤੇ ਪੋਤੇ ਲਪਟਾਈ, ਓਤੇ ਪੋਤੇ ਲਪਟਾਈ। ਦੋ ਡੰਡੀਆਂ
ਏਕਾ ਆ ਗਿਆ। ਇਹ ਪਹਿਲਾ ਬੰਦ ਔਰ 4 ਲਾਈਨਾਂ ਹੈ, ਇਹਨਾਂ ਨੂੰ ਇਕੱਠੀਆਂ ਪੜ੍ਹਨਾ। ਇਸ ਜਿੱਥੇ ਜਿੱਥੇ ਡੀਜਿਟ ਗਾਂ ਆਏਗਾ 1 2 3 4, ਔਰ ਇਸੇ ਕਰਕੇ ਉੱਤੇ ਚੌਪ ਦਾ ਲਿਖਿਆ। 4 ਸਟੈਂਜ਼ਿਆਂ ਦੀ ਇਹ ਪੋਇਮ ਹੈ, 4 ਬੰਦਾਂ ਦਾ ਇਹ ਸ਼ਬਦ ਹੈ, ਔਰ 4 ਲਾਈਨਾਂ ਇਕੱਠੀਆਂ ਕਹਿ ਕੇ ਫਿਰ ਰਹਾਉ ਦੁਹਰਾ ਸਕਦੀਆਂ। ਆਓ ਪਹਿਲਾਂ ਇਹ 4 ਲਾਈਨਾਂ ਪੜ੍ਹੀਏ ਕਿ ਬਿਸਮਨ ਬਿਸਮ ਐ ਜੋ ਪੇਖਿਆ, ਬਿਸਮਨ ਬਿਸਮ ਐ ਜੋ ਪੇਖਿਆ, ਕਹਿਨ ਨਾ ਜਾਏ ਵਡਿਆਈ, ਕਹਿਨ ਨਾ ਜਾਏ ਵਡਿਆਈ, ਮਗਨ ਭਏ ਉਹਾਂ ਸੰਗੇ ਮਾਤੇ, ਇਹ ਮਗਨ ਭਏ ਉਹਾਂ ਸੰਗੇ ਮਾਤੇ, ਪੋਤੇ ਪੋਤੇ ਲਪਟਾਈ, ਪੋਤੇ ਪੋਤੇ ਲਪਟਾਈ, ਪੋਤੇ ਪੋਤੇ ਲਪਟਾਈ, ਪੋਤੇ ਪੋਤੇ ਲਪਟਾਈ, ਸਤਿਗੁਰ ਸਾਹਿਬ ਦੇ ਤੁਯਾਰੋ ਦੀਪਾ, ਇਹ ਸਤਿਗੁਰ ਸਾਹਿਬ ਦੇ ਤੁਯਾਰੋ ਦੀਪਾ, ਆਲ ਜਾਲ ਨਹੀਂ ਕਛੂ ਜੰਜਾਰਾ, ਆਲ ਜਾਲ ਨਹੀਂ ਕਛੂ ਜੰਜਾਰਾ, ਅਹੰਗ ਬੁੱਧੀ ਨਹੀਂ ਪੂਰਾ, ਅਹੰਗ ਬੁੱਧੀ ਨਹੀਂ ਪੂਰਾ, ਊਚਨ ਊਚਾ ਬੀਜ ਨ ਖੀਚਾ, ਇਹ ਊਚਨ ਊਚਾ ਬੀਜ ਨ ਖੀਚਾ, ਹਾਂ ਤੇਰਾ ਤੂੰ ਮੇਰਾ, ਹਾਂ ਤੇਰਾ ਤੂੰ ਮੋਰਾ, ਇਹ ਹਾਂ ਤੇਰਾ ਤੂੰ ਮੋਰਾ, ਇਹ ਸਤਿਗੁਰ ਸਭ ਦੇ ਉਜਾਰੋ ਦੀਪਾ, ਸਤਿਗੁਰ ਸਭ ਦੇ ਉਜਾਰੋ ਦੀਪਾ, ਏਕ ਓੰਕਾਰ ਏਕੋ ਪਾਸਾਰਾ, ਏਕ ਓੰਕਾਰ ਏਕੋ ਪਾਸਾਰਾ, ਏਕ ਅਪਰ ਅਪਾਰਾ, ਏਕ ਅਪਰ ਅਪਾਰਾ, ਏਕ ਅਪਰ ਅਪਾਰਾ, ਏਕ ਅਪਰ ਅਪਾਰਾ, ਏਕੋ ਬਸਥੀਰਨ ਏਕੋ ਸੰਪੂਰਨ, ਏਕੋ ਬਸਥੀਰਨ ਏਕੋ ਸੰਪੂਰਨ, ਏਕ ਪ੍ਰਾਨ ਆਧਾਰਾ, ਏਕ ਪ੍ਰਾਨ ਆਧਾਰਾ, ਏਕ ਪ੍ਰਾਨ ਆਧਾਰਾ, ਏਕ ਪ੍ਰਾਨ ਆਧਾਰਾ, ਸਤਿਗੁਰ ਸਭ ਦੇ ਉਜਾਰੋ ਦੀਪਾ, ਇਹ ਸਤਿਗੁਰ ਸਭ ਦੇ ਉਜਾਰੋ ਦੀਪਾ, ਨਿਰਮਲ ਨਿਰਮਲ ਸੂਚਾ ਸੂਚੋ ਸੂਚਾ, ਨਿਰਮਲ ਨਿਰਮਲ ਇਹ ਸੂਚਾ ਸੂਚੋ ਸੂਚਾ,
ਇਹ ਸੂਚਾ ਸੂਚੋ ਸੂਚਾ, ਇਹ ਅੰਤ ਨ ਅੰਤ, ਸਦਾ ਬੇਅੰਤ, ਅੰਤ ਨ ਅੰਤ, ਇਹ ਸਦਾ ਬੇਅੰਤ। ਕਹੋ ਨਾਨਕ ਊਚੋ ਊਚਾ, ਕਹੋ ਨਾਨਕ ਊਚੋ ਊਚਾ, ਕਹੋ ਨਾਨਕ ਊਚੋ ਊਚਾ, ਕਹੋ ਨਾਨਕ ਊਚੋ ਊਚਾ। ਦੋ ਡੰਡੀਆਂ ਚੌਕਾ, ਦੋ ਡੰਡੀਆਂ ਏਕਾ, ਦੋ ਡੰਡੀਆਂ 67ਵਾਂ ਸ਼ਬਦ ਹੈ 67, 87 ਮੈਂ 87, ਪਿੱਛੇ 86 ਸ਼ਬਦ ਇਸੇ 86 ਸ਼ਬਦ ਪਿੱਛੇ ਇਸੇ ਚਾਲ ਦੇ ਆ ਚੁੱਕੇ, ਇਸੇ ਗਿਆਨ ਦੇ। ਔਰ ਉਸ ਤੋਂ ਬਾਅਦ ਇਹਦੇ 4 ਬੰਦ ਹੈ, ਚੌਕਾ ਆਇਆ ਪਹਿਲਾਂ, ਚੌਪ ਦੇ ਹੈ, 4 ਸਟੈਂਜ਼ਿਆਂ ਦੀ ਪੋਇਮ ਹੈ। ਔਰ ਪਹਿਲਾ ਹੀ ਸ਼ਬਦ ਆਪਣੇ ਕਿਸਮ ਦਾ ਹੈ। ਇੱਥੇ ਅਗਲੇ ਹਿੰਸੇ ਦੇਖੋਗੇ, ਜਿਹੜਾ ਅਖੀਰਲਾ ਹਿੰਸਾ ਹੈ 87 87 ਦਾ, ਉਹਦੇ 88 ਲਿਖਿਆ ਉਹ ਅਗਲੇ ਸ਼ਬਦ। ਇਹ ਸ਼ਬਦ ਤੂੰ ਪਿਛਲਾ ਦੇਖੋਗੇ, ਦੇਖਿਆ ਕਰੋ, ਆ ਮਿਹਨਤ ਹੈ ਗੁਰੂਆਂ ਦੀ। ਇੱਥੋਂ ਪਿਛਲਾ ਸ਼ਬਦ ਦਾ ਅਖੀਰਲਾ ਹਿੰਸਾ 86 ਹੋਏਗਾ 86। ਕਿੰਨੇ ਸਿੱਖ, ਕਿੰਨੀ ਟੀਮ, ਗੁਰੂ ਅਰਜਨ ਪਾਤਸ਼ਾਹ ਦੀ ਮਹਾਨ ਮਿਹਨਤ। ਕੋਈ ਇੱਕ ਲਾਈਨ ਨਹੀਂ ਇਹਦੇ ਵਿੱਚ ਐਡੀਸ਼ਨ ਆਲਟਰੇਸ਼ਨ ਕਰ ਸਕਦਾ, ਸੱਚਾ ਗਿਆਨ ਆ। ਪਿਛਲੇ ਹਿੰਸੇ ਅਸੀਂ ਤਦੇ ਬੋਲਦੇ ਹਾਂ ਵੀ ਸਾਨੂੰ ਥੋੜਾ ਜਿਹਾ ਆਈਏ ਵੀ ਇੱਕ ਇੱਕ ਸ਼ਬਦ ਪਿਆਰ ਨਾ ਲਈਏ। ਔਰ ਕਿੰਨੀ ਮਿਹਨਤ ਨਾ, ਆਪ ਤੇ ਉਹ ਸਾਰੇ ਗੁਰੂ ਰੱਬ ਨਾ ਮਿਲੇ ਸੀ। ਇਹ ਸ਼ਬਦ ਕਿਹਦੇ ਲਈ ਦੇਦੇ ਹੈ? ਇਹ ਸਾਡੇ ਲਈ ਦਿੱਤੇ ਹੈ। ਐਡਾ ਘੋਰ ਕਲਯੁਗ ਦਾ ਪਹਿਰਾ ਹੈ, ਉਹਦੇ ਵਿੱਚ ਦੁਨੀਆ ਬਚ ਸਕੂਗੀ ਇਹਨਾਂ ਸ਼ਬਦਾਂ ਦੇ ਨਾਲ, ਐਸ ਲਾਈਟ ਨਾਲ, ਐਸ ਗਿਆਨ ਨਾਲ। ਇਸ ਕਰਕੇ ਪਿਛਲੇ ਇੰਨੇ, ਹੁਣ ਅਸੀਂ ਇਹ ਸ਼ਬਦ ਦਾ ਵਿਚਾਰ ਆਪਣੀ ਮੱਤ ਪਿੱਛੇ ਰੱਖ ਕੇ ਸ਼ਬਦ ਨੂੰ ਸ਼ਬਦ ਨਾਲ ਖੋਲਾਂਗੇ। ਥੋੜਾ ਜਿਹੀ ਅਸੀਂ ਪਹਿਲੀ ਲਾਈਨ ਖੋਲ ਚੁੱਕੇ ਹਾਂ ਵੀ ਇੱਥੇ ਸਤਿਗੁਰ ਦਾ ਇਕੱਲਾ ਸ਼ਬਦ ਹੈ। ਆ ਜਿਹੜਾ ਸ਼ਬਦ ਗਾ ਰਹੇ ਹਾਂ ਇਹਦੇ ਨਾਲ ਗਿਆਨ ਹੈ। ਗਿਆਨ ਸਾਰਾ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਪਹਿਲੀ ਲਾਈਨ ਰਹਾਉ ਪਹਿਲਾਂ ਆ ਗਿਆ। ਰਹਾਉ ਜੋ ਹੁੰਦਾ ਹੈ ਉਹ ਸਾਰਾ ਜਿੱਦਾਂ ਪਹੀਏ ਦਾ ਐਕਸਲ ਹੈ, ਪਹੀਆ ਸਾਰਾ ਐਕਸਲ ਦੇ ਦੁਆਲੇ ਘੁੰਮਦਾ, ਏਦਾਂ ਸਾਰਾ ਸ਼ਬਦ ਦੇ ਭਾਵ ਅਰਥ ਰਹਾਉ ਦੀ ਤੁਕ ਦੇ ਦੁਆਲੇ ਘੁੰਮਣਗੇ, ਜਿਹੜੀ ਅਸੀਂ ਬਾਰ-ਬਾਰ ਗਾਈ ਹੈ। ਇਸ ਕਰਕੇ ਆਓ ਪਹਿਲੀ ਤੁਕ ਲਈਏ। ਔਰ ਹਮੇਸ਼ਾ ਬੇਨਤੀ ਅਸੀਂ ਕਰ ਰਹੇ ਹਾਂ ਵੀ ਜੋ ਵੀ ਦੁਨੀਆ ਇੰਟਰਨੈਟ ਤੇ ਗਿਆਨ ਸੁਣ ਰਹੀ ਹੈ, ਸੈਂਚੀਆਂ ਕੋਲ ਰੱਖੋ। ਅੱਜ ਕੱਲ੍ਹ ਬਾਈਪਾਰਟ ਸਭ ਕੁਝ ਮਿਲ ਜਾਂਦਾ ਹੈ। ਪੇਜ ਬੋਲਿਆ ਨਹੀਂ, ਤੁਸੀਂ ਆਪਣੀ ਸ਼ਬਦ ਚੌਂਕ ਘਰ ਬੈਠ ਕੇ ਹੀ ਟੇਪ ਲਾ ਕੇ ਪਹਿਲਾਂ ਆਪਣੀ ਸਾਰਾ ਜੋ ਸ਼ਬਦ ਬੋਲਿਆ ਹੈ ਸਫਾ ਉਹ ਕੱਢ ਲਓ, ਉਹਦੇ ਹਿਸਾਬ ਦੇ ਨਾਲ ਫਿਰ ਸਾਰਾ ਗਿਆਨ ਸੁਣੋ। ਇਸ ਸਤਿਗੁਰ ਸਭ ਦੇ ਉਜਾਰੋ ਦੀਪਾ। ਮੇਰੇ ਅੰਦਰ ਤੇ ਹਨੇਰਾ ਸੀ। ਅੰਧੀ ਕੋਠੀ, ਮਹੱਲਾ ਪਹਿਲਾ ਕਹਿੰਦਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਨਾਮ ਦਾ ਉਜਾਰਾ, ਅੰਦਰ ਨਾਮ ਦਾ ਪ੍ਰਗਟਾਵਾ, ਨਾਮ ਦੇ ਜੋਤ ਦਾ ਪ੍ਰਗਟਾਵਾ। ਪਹਿਲਾਂ ਜੋਤ ਆਉਂਦੀ ਹੈ ਅੰਦਰ। ਜਿਉਂ ਜਿਉਂ ਅਸੀਂ ਕਮਾਈ ਕਰਾਂਗੇ ਉਹ ਸਾਨੂੰ ਪਹਿਲਾਂ ਬਹੁਤ ਥੋੜ੍ਹੀ ਜਿਹੀ ਅੰਦਰ ਜੋਤ ਦਿਸੇਗੀ। ਜਦੋਂ ਅੱਖਾਂ ਮੀਚਾਂਗੇ, ਜਦੋਂ ਉਹਦੀ ਮਿਹਰ ਔਰ ਸਾਡੀ ਕਮਾਈ ਜ਼ਿਆਦਾ ਹੋ ਜਾਊਗੀ ਔਰ ਨਾਮ ਜਪਣ ਵਾਲਿਆਂ ਦੀ ਸੰਗਤ ਹੋਏਗੀ ਔਰ ਥੋੜ੍ਹੇ ਜਿਹੇ ਪੂਰਬਲੇ ਕਰਮ ਹੋਣਗੇ। 3-4 ਫੈਕਟਰ ਐਸੇ ਹੈ ਵੀ ਇਹ ਜ਼ਰੂਰੀ ਹੈ ਪੂਰਬਲੇ ਕਰਮ ਦੀ ਵੀ ਕਮਾਈ ਹੋਏ, ਤਦ ਇਹੋ ਜਿਹੇ ਸ਼ਬਦ ਸਾਨੂੰ ਇਸ ਵੇਲੇ ਸੋਚਣੀ। ਤੇ ਦੁਨੀਆ ਇਹਦਾ ਖੰਡ ਪਾਠ ਹੀ ਕਰੀ ਜਾਂਦੀ ਹੈ। ਤੋ ਪਿਛਲੇ ਜਨਮ ਦੀ ਥੋੜ੍ਹੀ ਜਿਹੀ ਕਮਾਈ ਹੋਵੇ, ਭਗਤੀ ਕੀਤੀ ਹੋਵੇ ਔਰ ਇੱਥੇ ਆਣ ਕੇ ਨਾਮ ਜਪਣ ਵਾਲਿਆਂ ਦੀ ਸੰਗਤ ਹੋਵੇ। ਔਰ ਤੀਸਰਾ ਫੈਕਟਰ ਬਹੁਤ ਵੱਡਾ, ਉਹਦਾ ਗੁਰ ਪ੍ਰਸਾਦ ਮਿਲ ਜਾਏ ਸਾਨੂੰ, ਉਹਦੀ ਮਿਹਰ ਹੋ ਜਾਏ। ਉਹਦੀ ਮਿਹਰ ਨਾਲ ਹੀ ਸਾਰੇ ਫਿਰ ਮੈਨੇ ਖੁੱਲ੍ਹਦੇ ਹੈ ਸ਼ਬਦ ਦੇ। ਪਰ ਬਾਣੀ ਦੇ ਵਿੱਚ ਇੱਕ ਐਸੀ ਤੁਕ ਹੈ ਜਿਹੜੀ ਸਾਨੂੰ ਬੜਾ ਹੌਸਲਾ ਦਿੰਦੀ ਹੈ ਵੀ ਵਿੱਚ ਸੰਗਤੇ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ।
ਸੰਗਤ ਦੇ ਵਿੱਚ ਗੁਰੂ ਨਹੀਂ, ਅਕਾਲ ਪੁਰਖ ਪ੍ਰਭੂ ਵਰਤਦਾ ਹੈ। ਜਦੋਂ ਕਿਸੇ ਸੰਗਤ 'ਚ ਬੈਠ ਕੇ ਤੁਸੀਂ ਵਿਚਾਰ ਕਰਦੇ ਹੋ ਸ਼ਬਦ ਦੀ, ਗਾਉਂਦੇ ਵੀ ਹੋ, ਸਮਝਦੇ ਵੀ ਹੋ, ਗਾਓ ਵੀ ਸਭ, ਲੇਕਿਨ ਇਹਦੀ ਵਿਚਾਰ ਬੜੀ ਜ਼ਰੂਰੀ ਆ। ਲੇਕਿਨ ਆਪਣੀ ਮੱਤ ਪਿੱਛੇ ਰੱਖੋ, ਉਹ ਬਰਕਤ ਪਾਏਗਾ, ਆਪੇ ਤੁਹਾਨੂੰ ਮੈਨੇ ਸਮਝਾਏਗਾ। ਉਹ ਆਪਣਾ ਜਿਸ ਗੁਰੂ ਦਾ ਤੁਸੀਂ ਮੰਤਰ ਜਪਦੇ ਹੋ, ਉਹ ਆਪਣੀ ਗਿਆਨ ਦੀਆਂ ਤਾਰਾਂ ਅਭਿਆਸੀ ਨਾਲ ਜੋੜ ਲੈਂਦਾ, ਉਹ ਗਿਆਨ ਭੇਜਣ ਵਾਲਾ ਹੈ। ਇਸ ਕਰਕੇ ਸਾਰੇ ਸ਼ਬਦ ਉੱਤੋਂ ਆਇਆ, ਔਰ ਉਹ ਸਤਿਗੁਰ ਦੀ ਬਾਣੀ ਦੇ ਸ਼ਬਦ ਤਾਂ ਖੁੱਲਣਗੇ ਜੇ ਉਸ ਹਸਤੇ ਨੂੰ ਅਸੀਂ ਮੰਨਾਂਗੇ ਵੀ ਉਹ ਸਾਡਾ ਸਤਿਗੁਰੂ ਹੈ, ਸਾਨੂੰ ਗਿਆਨ ਭੇਜੇਗਾ। ਇਸ ਸਤਿਗੁਰ ਸਭ ਦੇ ਉਜਾਰੋ ਦੀ, ਆਇ ਸਭ ਦੇ ਉਜਾਰੋ ਦੀ। ਕਾਲਾ ਨਾ ਪਿਓ, ਜ਼ਰੂਰ ਜਲੇਗਾ ਦੀਵਾ ਅੰਦਰ, ਪਰ ਸੇਵਾ ਥੋੜੀ, ਮੰਗਣ ਬਹੁਤਾ। ਆਪਣੀ ਅਸੀਂ ਸੇਵਾ ਵਧਾਉਣੀ ਹੈ ਜ਼ਿਆਦਾ, ਉਹਨੇ ਆਪੇ ਸਭ ਕੁਝ ਕਰ ਦੇਣਾ। ਇਹ ਸਤਿਗੁਰ ਸਭ ਦੇ ਉਜਾਰੋ ਦੀਪਾ, ਮੇਰੇ ਅੰਦਰ ਦੀਵਾ ਬਾਲ ਉੱਠਿਆ। ਉਹ ਬਿਨ ਸਿਓ ਅੰਧਕਾਰ ਤੇ ਮੰਦਰੇ, ਮੇਰੀ ਕੋਠੀ 'ਚ ਅੱਗੇ ਜਿਸਮ 'ਚ ਹਨੇਰਾ ਸੀ, ਉਹ ਮਿਟ ਗਿਆ। ਅੰਧਕਾਰ ਤੇ ਮੰਦਰੇ, ਮੰਦਰ ਹੈ ਜਿਸਮ, ਆ ਸਾਡੀ ਬੌੜੀ, ਇਹਦੇ ਅੰਦਰ ਸਭ ਕੁਝ ਹੋਣਾ। ਉਸ ਮੰਦਰ ਦੇ ਅਦਨ ਰਤਨ ਕੋਠੜੀ ਖੁੱਲ ਹੀ ਅਨੂਪਾ। ਰਤਨ ਕਹਿੰਦੀ ਹੈ ਬਹੁਤ ਵੱਡੇ ਡਾਇਮੰਡ ਨੂੰ, ਜਿਹੜਾ ਪੱਥਰ ਦਾ ਵੱਡਾ ਵੱਡਾ ਹੋਵੇ। ਜੇ ਚੁਲੋ ਐਡੇ ਡਾਇਮੰਡ, ਇਹ ਰਤਨ, ਜਵੇਹਰ, ਲਾਲ, ਇਹ ਸਾਰੇ ਐਡੇ ਐਡੇ ਜਿਹੜੇ ਜੌਹਰੀਆਂ ਨੂੰ ਪਤਾ, ਅਸੀਂ ਤਾਂ ਕਦੀ ਦੇਖੇ ਵੀ ਨਹੀਂ ਹੈ, ਪਰ ਬਾਣੀ ਸਾਨੂੰ ਦੱਸਦੇ ਵੀ ਐਸੇ ਐਸੇ ਕੀਮਤੀ ਪੱਥਰ ਹੈ ਜਿਹਨਾਂ 'ਚ ਲੋਹ ਆਉਂਦੀ ਹੈ। ਤੋ ਤੇਰੇ ਜਿਸਮ ਦੇ ਅੰਦਰ ਇੱਕ ਕੋਠੜੀ ਹੈ, ਔਰ ਇਸ ਕੋਠੜੀ ਦਾ ਜ਼ਿਕਰ ਬਹੁਤ ਵਾਰੀ ਬਾਣੀ 'ਚ ਆਏਗਾ ਵੀ ਜੋ ਕੁਝ ਹੋਣਾ ਤੇਰੇ ਅੰਦਰ ਹੋਣਾ। ਉਹ ਕੋਠੜੀ ਕੀ ਹੈ? ਜਿੱਦਾਂ ਬੜੇ ਬੜੇ ਬਾਦਸ਼ਾਹ ਪਿਛਲੇ ਜ਼ਮਾਨੇ 'ਚ ਆਪਣਾ ਖਜ਼ਾਨਾ ਕਿਲ੍ਹੇ ਦੇ ਅੰਦਰ ਇੱਕ ਐਸੀ ਕੋਠੜੀ ਬਣਾਉਂਦੇ ਸੀ, ਆਲੇ ਦੁਆਲੇ ਕਿਲ੍ਹਾ ਹੁੰਦਾ ਸੀ, ਔਰ ਜਿੰਨੀ ਇਹ ਮਨੀ ਆਪਣਾ ਬਾਦਸ਼ਾਹ ਸਾਂਭਦਾ ਸਾਰੀ, ਵੀ ਜਿਹਦੇ ਨਾਲ ਸਾਰਾ ਰਾਜ ਚਲਾਉਣਾ ਸੀ। ਔਰ ਉਹਨੂੰ ਤੇ ਅਸੀਂ ਸਿੱਧੇ ਕਹਿੰਦੇ ਹੁੰਦੇ ਵੀ ਜਿੰਨੀ ਟੈਕਸ ਦੀ ਮਨੀ ਉਹ ਲੋਕਾਂ ਨੂੰ ਲੈ ਕੇ ਜਮ੍ਹਾਂ ਕਰਦਾ ਰਾਜਾ, ਉਹ ਪਰਜਾ ਤੇ ਘੱਟ ਖਰਚ ਕਰਦਾ ਤੇ ਆਪਣੀ ਐਸ਼ੋ ਇਸ਼ਰਤ ਲਈ ਉਹ ਬਹੁਤ ਵਰਤਦਾ। ਉਹ ਬੜੇ ਜਿੱਡਾ ਬਾਦਸ਼ਾਹ ਕੋਲ ਹੋਏ ਉਨੀਆਂ ਉਹ ਐਸ਼ਾਂ 'ਚ ਪੈ ਜਾਂਦਾ, ਕਿਉਂਕਿ ਇਹ ਮੋਹ ਹੈ ਮਾਇਆ ਦਾ। ਲੇਕਿਨ ਰਤਨ ਕੋਠੜੀ ਜਿਹੜੀ ਹੈ ਉਹ ਉੱਥੇ ਰੱਖਦਾ ਵੀ ਸਾਰੇ ਆਲੇ ਦੁਆਲੇ ਦੋਹਰਾ ਕਿਲ੍ਹਾ ਹੁੰਦਾ, ਬੜੀ ਬੜੀਆਂ ਉੱਚੀਆਂ ਦੀਵਾਰਾਂ, ਉਹਦੇ ਅੰਦਰ ਫਿਰ ਸੈਂਟਰ ਜਾਏ ਕੋਠੜੀ 'ਚ, ਔਰ ਕੋਠੜੀ ਦੇ ਅੰਦਰ ਵੀ ਇੱਕ ਕੋਠੜੀ ਹੁੰਦੀ ਹੈ, ਉਹਨੂੰ ਫੇਰਨਾ, ਉਹਦੇ ਅੰਦਰ ਹੀਰੇ ਭਰਦਾ ਫਿਰ ਜਵਾਹਰਾਤ ਸਾਰੇ, ਔਰ ਜਵਾਹਰਾਤ ਇੰਨੇ ਭਰੇ ਹੁੰਦੇ ਹੈ ਫਿਰ ਉਹਦੇ ਕੋਠੜੀ ਦੇ ਪੱਟ ਬੰਦ ਹਮੇਸ਼ਾ ਰੱਖਦਾ। ਖਾਸ ਉਹਦਾ ਕੋਈ ਐਹਲਕਾਰ ਜਿਹਦੀ ਡਿਊਟੀ ਹੁੰਦੀ ਹੈ, ਤਵਾਰੀ ਬੰਦਾ, ਉਹ ਲੌਕਰ ਖੋਲ੍ਹ ਸਕਦਾ। ਜਿੱਦਾਂ ਅਸੀਂ ਬੈਂਕ 'ਚ ਲੌਕਰ ਖੋਲ੍ਹਦੇ ਹੈ ਨਾ, ਉਹ ਅੰਦਰ ਇੰਨੇ ਉਹਦੇ ਹੀਰੇ ਹੁੰਦੇ, ਉਹਦੀ ਇੰਨੀ ਮਾਇਆ ਜਮ੍ਹਾਂ ਕੀਤੀ ਹੁੰਦੀ ਉਹਨੇ। ਉਹ ਫਿਰ ਉਹਨੂੰ ਫੱਟ ਲਾ ਕੇ, ਦਰਵਾਜ਼ੇ ਲਾ ਕੇ, ਤਾਲੇ ਲਾ ਕੇ, ਕੁੰਜੜੀ ਸਭ ਕੁਛ ਐਨ ਸੇਫ। ਉੱਥੋਂ ਬਾਅਦ ਫਿਰ ਉਹਦਾ ਦਰਵਾਜ਼ਾ ਜਿੰਦਰਾ ਲਾ ਕੇ ਸੀਲ ਕਰਕੇ, ਫਿਰ ਬਾਹਰਲਾ ਜਿਹੜਾ ਦਰਵਾਜ਼ਾ ਹੁੰਦਾ ਉਹ ਵੀ ਬੰਦ ਕਰ ਦਿੰਦਾ। ਇਹ ਹੈ ਕੋਠੜੀ ਮੈਂ ਕੋਠੜੀ, ਬਾਣੀ 'ਚ ਵੀ ਹੈ। ਸਾਡੇ ਵੀ ਅੰਦਰ ਦੇ ਅੰਦਰ ਤਦੇ ਬਾਬਾ ਨਾਨਕ ਕਹਿੰਦਾ ਇਹ ਬਾਣੀ ਮੈਂ ਤੁਹਾਨੂੰ ਕਾਹਦੇ ਲਈ ਦਿੱਤੀ ਹੈ? ਇਹ ਦਿੱਤੀ ਹੈ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸੱਚਾ। ਇਸ ਬਾਣੀ ਨੂੰ ਸਮਝ ਕੇ ਅਸੀਂ ਅੰਦਰ ਦੇ ਅੰਦਰ ਸੱਚੇ ਨੂੰ ਖੜਾ ਕਰਨਾ, ਔਰ ਬੁੱਝ ਬੁੱਝ ਕੇ ਬਾਣੀ ਨੂੰ, ਸਾਡੇ ਅੰਦਰ ਉਹ ਕੋਠੜੀ ਹੈ, ਹਰ ਇੱਕ ਦੇ ਅੰਦਰ ਹੈ, ਉਹਨੂੰ ਖੋਲ੍ਹਣਾ ਹੀ ਸਾਰਾ ਕੰਮ ਹੈ। ਇਸ ਕਰਕੇ ਬਾਬਾ ਕਹਿੰਦਾ ਬਾਣੀ ਨੂੰ ਸਮਝੋ, ਸੋਝੀ ਆਊਗੀ ਤੁਹਾਨੂੰ, ਬੁੱਝੀ ਚੱਲੋ, ਪਰ ਅੰਤ ਨਿਰੰਤਰੇ ਸਾਚਾ ਖੜਾ ਕਰੇ।
ਅੰਦਰ ਦੇ ਅੰਦਰ ਖਾਈ ਚੀਜ਼ਾਂ ਹੋਣੀਆਂ, ਕਲਾ ਵਰਤਣੀਆਂ। ਇਸ ਕਰਕੇ ਆ ਜਿਹੜਾ ਸਾਡਾ ਮੰਦਰ ਹੈ ਬੌਡੀ ਦਾ, ਇਹਦੇ ਵਿੱਚ ਤੇ ਬਿਨ ਸਿਉ ਅੰਧਕਾਰ ਹਨੇਰਾ ਹਟ ਗਿਆ। ਔਰ ਕਦੋਂ ਹਟਿਆ? ਰਹਾਉ ਦੀ ਤੋਕਾ ਹੈ, ਸਾਰੇ ਵਰਨੀ ਹੈ ਗਾਂ। ਔਰ ਕਦੋਂ ਹਟਿਆ? ਰਤਨ ਕੋਠੜੀ ਖੁੱਲੀ ਅਨੂਪਾ। ਉਹਦੇ ਜਦੋਂ ਪੱਟ ਖੋਲੇ ਭਰੇ ਹੀਰਿਆਂ ਦੇ ਉਹ ਕਮਰੇ ਦੇ, ਉਹ ਹੀਰੇ ਐ ਬਾਹਰ ਆਏ, ਬੰਦੇ ਨੂੰ ਦਿਸਦੇ ਆ, ਵਿਆਸੀ ਨੂੰ ਅੰਦਰ, ਤਾਂ ਲਿਖਿਆ ਉਹ ਹੀਰੇ ਐ ਹੈ ਜਦੋਂ ਅੰਤਰਗਤੀ ਕਮਾਈ ਹੋ ਜੇ ਸਾਰੀ। ਉਹ ਹੀਰੇ ਐ ਬਾਹਰ ਆਏ ਜਦੋਂ ਬੂਹਾ ਖੋਲਿਆ, ਜਿੱਦਾਂ ਮੰਡੀ 'ਚ ਆਲੂ ਲੈ ਕੇ ਜਾਈਦਾ ਨਾ, ਭਰੀ ਬੋਰੀ ਹੋਵੇ, ਉਹਦੇ ਉੱਤੇ ਸੇਬੇ ਪਾ ਕੇ ਨਿਕੰਦ ਕੇ ਐਨ ਲੱਦ ਕੇ ਟਰੈਕਟਰ ਤੇ ਬੋਰੀ ਜਾ ਕੇ ਸੁੱਟੀ ਦੀ ਆ ਮੰਡੀ 'ਚ। ਔਰ ਮੰਡੀ ਤੋਂ ਬਾਅਦ ਫਿਰ ਉਹਦੇ ਕੱਟੀ ਦੀ ਕੈਂਚੀ ਨਾਲ ਰਸੀਆਂ ਜੀਆਂ ਆਲੂ ਐ ਬਾਹਰ ਆਉਂਦੇ ਆ ਰਿੜ ਰਿੜ ਕੇ। ਐਦਾਂ ਆ ਲਿਖਿਆ, ਤੇਰੇ ਅੰਦਰ ਇਹ ਸੱਚਾਈ ਹੈ, ਤੇਰੇ ਅੰਦਰ। ਉਹ ਜਦੋਂ ਕੋਠੜੀ ਖੁੱਲੀ ਤੂੰ ਕਹੋ ਬੱਲੇ ਬੱਲੇ, ਇੰਨੇ ਹੀਰੇ ਮੈਂ ਇਸ ਕੋਠੜੀ, ਇੰਨੀ ਲੋ, ਇੰਨਾ ਸਭ ਕੁਛ ਉਹ ਕਲਾ ਵਰਤਦੀ ਆ। ਫਿਰ ਉਹ ਅਗਲੀਆਂ ਕਲਾ, ਉਹ ਕਹਿੰਦਾ ਬਿਸਮਨ ਹੋ ਜਾਂਦਾ, ਉਹ ਬੋਲ ਨਹੀਂ ਸਕਦਾ ਵੀ ਮੇਰੇ ਅੰਦਰ ਕੀ ਹੋ ਰਿਹਾ। ਤੋ ਇਸ ਕਰਕੇ ਡੂੰਘੀਆਂ ਚੀਜ਼ਾਂ ਸ਼ਬਦ ਤਾਂ ਦੱਸੀਆਂ ਵੀ ਇਹ ਸਭ ਕੁਛ ਸਾਡੇ ਅੰਦਰ ਹੋਣਾ। ਜਿੱਦਾਂ ਬੋਲੀ ਆ ਆਰੂਆਂ ਦੀ, ਆਲੂ ਬਾਹਰ ਆਉਂਦੇ ਆ ਬੋਰੀ ਚੋਂ, ਐਦਾਂ ਅੰਦਰੋਂ ਬਾਹਰ ਇਨਸਾਨ ਨੂੰ ਦਿਸਦੇ ਆ। ਔਰ ਕਾਹਦੇ ਨਾ ਹੋਣਾ ਏ? ਸਤਿਗੁਰ ਸਭ ਦੇ ਉਜਾਰੋ ਦੀਪਾ। ਇੱਕ ਅੱਖਰ ਤੇ ਭਗਤੀ ਕਰ, ਸ਼ਬਦ ਦੀ ਕਮਾਈ ਕਰ, ਜਪਣ ਵਾਲੇ ਦੀ ਆ, ਗਿਆਨ ਵਾਲੇ ਕੋਲੋਂ ਆ ਗਿਆਨ ਲੈ। ਸਤਿਗੁਰ ਸਭ ਦੇ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਦੇਹ ਮੰਦਰ। ਸਭ ਤੋਂ ਵੱਡਾ ਬੌਡੀ ਦੇ ਵਿੱਚ ਸਾਡਾ ਅਗਿਆਨਤਾ ਦਾ ਅੰਧੇਰਾ ਹੈ। ਸਾਨੂੰ ਨਹੀਂ ਪਤਾ ਵੀ ਕੀ ਕਰਨਾ, ਸ਼ਬਦ ਦੱਸੇਗਾ। ਇਹਦੇ ਕੋਲੋਂ ਗਿਆਨ ਲੈ ਕੇ, ਗਿਆਨ ਦੀ ਮਦਦ ਦੇ ਨਾਲ ਔਰ ਸ਼ਬਦ ਦੀ ਕਮਾਈ ਦੇ ਨਾਲ ਆਹ ਸਟੈਪ ਦੱਸੇ ਆ। ਪਹਿਲਾਂ ਆਹ ਹੋਊਗਾ, ਫਿਰ ਗਾਂ ਹੋਰ ਚੜੇਗਾ, ਆਹ ਹੋਊਗਾ। ਇਹ ਐਸੀਆਂ ਗਾਈਡ ਲਾਈਨਸ, ਮੀਲ ਪੱਥਰ ਗੱਡੇ ਆ ਇੱਕ ਇੱਕ ਸ਼ਬਦ। ਵੀ ਵਿਆਸੀ ਖਿਆਲ ਕਰ, ਜੇ ਅੰਦਰ ਤੇਰੇ ਕੱਖ ਨਹੀਂ ਹੋਇਆ, ਤੇਰੀ ਹਲੀ ਕਮਾਈ ਥੋੜੀ ਹੈ। ਇਸ ਕਰਕੇ ਹੋਰ ਕਮਾਈ ਕਰ। ਉਹ ਬਿਨ ਸਿਉ ਅੰਧਕਾਰ ਦੇਹ ਮੰਦਰੇ। ਮੰਦਰ ਨਹੀਂ ਸਮਝਣਾ ਬੌੜੀ, ਇਹ ਬਿਨ ਸਿਉ ਅਗਿਆਨਤਾ ਦਾ ਅੰਧੇਰਾ ਹਟ ਗਿਆ। ਉਸ ਤੋਂ ਬਾਅਦ ਬਿਨ ਸਿਉ ਅੰਧਕਾਰ ਅੰਦਰ ਉਸ ਬੌਡੀ ਦੇ ਵਿੱਚ। ਬਿਨ ਸਿਉ ਅੰਧਕਾਰ, ਬਿਨ ਸਿਉ ਕਹਿੰਦੇ ਜ਼ਾਇਆ ਹੋ ਗਿਆ, ਖਤਮ ਹੋ ਗਿਆ ਮੇਰੀ ਇਹ ਅਗਿਆਨਤਾ ਵੀ ਔਰ ਹਨੇਰਾ ਵੀ। ਇਹ ਬਿਨ ਸਿਉ ਅੰਧਕਾਰ ਦੇਹ ਮੰਦਰੇ। ਰਤਨ ਕੋਠੜੀ ਆ ਗਈ ਅੰਦਰਲੀ ਖੁੱਲੀ ਅਨੂਪਾ। ਇੱਕ ਰੂਪ ਹੈ, ਬਾਣੀ ਚ ਰੂਪ ਆਏਗਾ, ਬਿਊਟੀ ਹੈ, ਤੁਸੀਂ ਸਾਰੇ ਜਾਣਦੇ। ਇੱਕ ਅਨੂਪ ਹੈ, ਅਨੂਪ ਹੈ, ਰੂਪ ਤੋਂ ਵੀ ਉੱਚਾ। ਪਹਿਲਾ ਖੰਡ ਹੈ ਸਾਡਾ ਧਰਮ ਖੰਡ, ਦੂਸਰਾ ਖੰਡ ਹੈ ਸਾਡਾ ਗਿਆਨ ਖੰਡ, ਤੀਸਰਾ ਸਾਡਾ ਖੰਡ ਹੈ ਛੋਟਾ ਜਿਹਾ, ਪਰ ਉਹ ਲੰਘਣਾ ਬੜਾ ਮੁਸ਼ਕਿਲ ਹੈ। ਜਿਹੜੇ ਪਹਿਲੇ ਦੋ ਖੰਡ ਲੰਘ ਜਾਂਦੇ, ਫਿਰ ਤੀਸਰੇ ਖੰਡ ਚੜ ਜਾਂਦੇ। ਤੀਸਰੇ ਖੰਡ 'ਚ ਛੋਟਾ ਜਿਹਾ ਖੰਡ ਹੈ, ਜਿਹੜਾ ਉਹ ਲੰਘਿਆ, ਉੱਥੋਂ ਬਾਅਦ ਉੱਤੇ ਬਖਸ਼ਿਸ਼ ਹੋ ਜਾਂਦੀ ਤੇ ਉਹ ਕਰਮ ਖੰਡ ਦਾ ਵਾਸੀ ਹੋ ਜਾਂਦਾ, ਜਿੱਥੇ ਭਗਤ ਸਾਰੇ ਰਹਿੰਦੇ। ਉਹ ਬਾਹਰ ਨਹੀਂ ਹੈ ਕੋਈ ਲਮਕਦੇ ਅਸਮਾਨ 'ਚ ਖੰਡ। ਇਹ ਸਾਡੇ ਅੰਦਰ ਹੀ ਸਪਿਰਿਚੁਅਲ ਸਟੇਜਾਂ ਹੈ, ਸਾਡੇ ਅੰਦਰ ਚੜ੍ਹਾਈ ਹੁੰਦੀ ਜਾਂਦੀ ਹੈ ਔਰ ਸਭ ਕੁਛ ਹੁੰਦਾ, ਸਭ ਕੁਛ ਸਾਡੇ ਅੰਦਰ ਹੈ। ਇਸ ਕਰਕੇ ਉਹ ਜਿਹੜਾ ਤੀਸਰਾ ਖੰਡ ਹੈ, ਉਹਦੇ 'ਚ ਹੀ ਅਨੂਪ ਆਉਂਦਾ ਹੈ। ਇੱਕ ਰੂਪ ਹੈ, ਇਹ ਬਾਹਰਲੀ ਬਿਊਟੀ ਵੀ ਹੈ, ਸਭ ਕੁਛ ਹੈ, ਲੇਕਿਨ ਇਹ ਐਸਾ ਹੈ ਰੂਪਾਂ ਦਾ ਵੀ ਪਿਓ ਹੈ। ਇੰਨੀ ਖੂਬਸੂਰਤੀ, ਬੰਦਾ ਮਗਨ ਵੀ ਆ ਕੇ ਮੈਂ ਦੇਖ ਰਿਹਾ। ਉਹ ਹੈ ਸਰਮਖੰਡ ਕੀ ਬਾਣੀ ਰੂਪ। ਅਗਲੇ ਹੁਣ ਜਦੋਂ ਅਗਲਾ ਲਫ਼ਜ਼ ਰੂਪ ਨਹੀਂ ਹੈ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਸਰਮ ਕਹਿੰਦੀ ਹੈ ਮਿਹਨਤ ਨੂੰ,
ਜਦੋਂ ਹੋਰ ਅਭਿਆਸ ਦੀ ਕਮਾਈ ਕੀਤੀ ਫਿਰ ਇਹ ਖੰਡ ਲੰਘ ਸਕਦਾ ਤੂੰ। ਸਰਮ ਹੈ ਹਿੰਦੀ ਦਾ ਲਫ਼ਜ਼, ਇਸੇ ਕਰਕੇ ਸਾਡੇ ਜਿਹੜਾ ਲੇਬਰ ਮਿਨਿਸਟਰ ਹੋਵੇ ਉਹਨੂੰ ਸਰਮ ਮੰਤਰੀ ਕਹਿੰਦੇ ਲੇਬਰ। ਇਸ ਕਰਕੇ ਇਹ ਵੀ ਜਿਹੜੀ ਨਾਮ ਦੀ ਲੇਬਰ ਤੂੰ ਕਰੇਗਾ ਹੋਰ ਚ ਕਮਾਈ ਤਾਂ ਇਸ ਖੰਡ ਨੂੰ ਲੰਘ ਸਕੇਗਾ। ਸਰਮ ਖੰਡ ਕੀ, ਉਸ ਨਾਮ ਬਾਣੀ ਦਾ ਉਸ ਖੰਡ ਦਾ ਨਾਂ ਹੀ ਮਿਹਨਤ ਦਾ ਖੰਡ ਹੈ। ਛੇਤੀ ਨਾਲ ਨਹੀਂ ਲੰਘ ਹੋਣਾ, ਲੇਕਿਨ ਜੇ ਉਹ ਲੰਘ ਗਿਆ ਅੱਗੇ ਭਗਤਾਂ ਦੇ ਦਰਸ਼ਨ ਸਭ ਕੁਛ ਉੱਥੇ ਕਰਮਖੰਡ ਕੀ ਕਰਮਖੰਡ 'ਚ ਬਣ ਜਾਏਗਾ, ਜਿੱਥੇ ਨਾ ਕੋਈ ਮਰਦਾ ਹੈ ਨਾ ਕੋਈ ਜੰਮਦਾ ਹੈ। ਸਾਰੇ ਭਗਤਾਂ ਦਾ ਹੈਡਕੁਆਟਰ ਸਭ ਕੁਛ, ਸਤਿਗੁਰੂ ਦਾ ਹੈਡਕੁਆਟਰ ਵੀ ਉਹੀ ਹੀ ਹੈ। ਇਸ ਕਰਕੇ ਗਾਂ ਡੂੰਘੀਆਂ ਗੱਲਾਂ, ਲੇਕਿਨ ਅਸੀਂ ਇਸ ਤੇ ਆਉਣਾ ਹੈ। ਅਨੂਪ ਲਫ਼ਜ਼ ਆ ਗਿਆ ਹੈ, ਇਸ ਇੱਥੋਂ ਸਾਰ ਹੁੰਦਾ ਵੀ ਰਹਾਓ ਤੀਸਰੀ ਖੰਡ ਦੀ ਅਵਸਥਾ ਦਾ ਹੈ। ਛੋਟਾ ਜਿਹਾ ਰਹਾਓ ਨਹੀਂ ਹੈ ਸ਼ਬਦ, ਤੀਸਰੀ ਖੰਡ ਦੀ ਅਵਸਥਾ ਦੱਸ ਰਿਹਾ ਭਈ ਉੱਥੇ ਅਨੂਪ ਹੀ ਅਨੂਪ ਹੈ। ਇੰਨੀ ਖੂਬਸੂਰਤੀ ਹੈ, ਰਤਨ ਹੈ, ਜਵਾਹਰ ਹੈ, ਸ਼ਬਦ ਵਜੋਂ ਕਈ ਕੁਛ ਹੁੰਦਾ ਹੀ ਤੇ ਦੇਖਿਆ ਨਹੀਂ ਹੈ। ਪਰ ਬਾਣੀ ਕਹਿੰਦੀ ਹੈ ਭਈ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋਗੇ, ਜੋ ਲਿਖਿਆ ਸੱਤ ਹੈ, ਹੋਣਾ ਹੈ। ਲੇਕਿਨ ਸਾਨੂੰ ਕਮਾਈ ਜਿਹਦੀ ਘੱਟ ਆ ਉਹ ਖੰਡ ਨਹੀਂ ਲੰਘ ਸਕਦਾ। ਇਸ ਕਰਕੇ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ। ਤਾਕੀਆਂ ਗੱਲਾਂ ਜੇ ਉਹਦਾ ਭੇਦ ਕੋਈ ਅਭਿਆਸੀ ਬਾਹਰ ਦੱਸਦੇ ਵੀ ਮੇਰੇ ਅੰਦਰ ਤੇ ਆ ਗਿਆ, ਉਹ ਠਾਹ ਮਾਰਦਾ ਚੱਕ ਕੇ ਥੱਲੇ ਸਾਰੀਆਂ ਕਲਾ ਖਿੱਚ ਲੈਂਦਾ ਉਹਦੇ ਚੋਂ। ਉਹਦਾ ਕੋਈ ਭੇਦ ਨਹੀਂ ਦੱਸ ਸਕਦਾ। ਜਿੰਨੇ ਦੱਸਿਆ ਪਛਤਾਉਂਦਾ ਪਿੱਛੋਂ ਵੀ ਉਹ ਮੇਰੀਆਂ ਸਾਰੀਆਂ ਕਲਾਂ ਐਸਾ ਭੇਦ ਆ ਉਸ ਖੰਡ ਦਾ। ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜ ਤੇ ਘੜੀਏ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸਰੋਂ ਸਦਾ ਕੀ ਸੁਧ। ਅੱਡੀਆਂ ਉਹ 'ਚ ਕਲਾ ਸਿੱਧੀਆਂ ਰੀਧੀਆਂ ਜੋ ਲਿਖਿਆ ਸਭ ਕੁਛ ਉਹ 'ਚ ਆ ਜਾਂਦਾ। ਫਿਰ ਉੱਤੇ ਮਿਹਰ ਹੁੰਦੀ ਤੇ ਫਿਰ ਉਹ ਭਗਤਾਂ ਦੇ ਖੰਡ 'ਚ ਜਾ ਕੇ ਕਰਮ ਖੰਡ ਬਖਸ਼ਿਸ਼ ਦਾ ਖੰਡ ਹੈ, ਉਸ ਬਖਸ਼ਿਸ਼ ਦੇ ਵਿੱਚ ਆ ਜਾਂਦਾ। ਤੇ ਇਸ ਕਰਕੇ ਅਨੂਪ ਹੈ ਰਹਾਓ ਸਰਮ ਖੰਡ ਤੇ ਲਾਇਆ। ਇਹ ਸਤਿਗੁਰ ਸਭ ਤੇ ਹੋਇਆ ਸਭ ਕੁਝ ਜਪਣ ਵਾਲੇ ਸ਼ਬਦ ਨਾਲ। ਇਹ ਸਤਿਗੁਰ ਸਭ ਤੇ ਦੀਪਾ ਦੀਵਾ ਸਤਿਗੁਰ ਸਭ ਤੇ ਉਜਾਰੂ ਦੀਪਾ। ਆ ਸਾਰੇ ਸ਼ਬਦ ਜਿਹੜਾ ਪੜ੍ਹ ਰਹੇ ਹੈ ਗਿਆਨ ਦੇ ਰਿਹਾ ਸਾਨੂੰ, ਇਹਦੀ ਲਾਈਟ ਰਹਿ ਕੇ ਅਸੀਂ ਆਪਣੇ ਅੰਦਰ ਵੜਨਾ ਹੈ। ਇਹ ਸਤਿਗੁਰ ਸਭ ਤੇ ਉਜਾਰੂ ਦੀਪਾ। ਇਹ ਬਿਨ ਸਿਉ ਅੰਧਕਾਰ ਦੇਹ ਮੰਦਰੇ। ਇਹ ਬਿਨ ਸਿਉ ਅੰਧਕਾਰ ਦੇਹ ਮੰਦਰੇ। ਰਤਨ ਕੋਠੜੀ ਖੁੱਲੀ ਅਨੂਪਾ ਅਨੂਪਾ। ਰਤਨ ਕੋਠੜੀ ਖੁੱਲੀ ਅਨੂਪਾ। ਆਵੇ ਐਕਸਲ, ਆਵੇ ਸਾਰੇ ਸ਼ਬਦ ਦਾ ਤੁਰਾ ਜਿਹਦੇ ਦੁਆਲੇ ਸ਼ਬਦ ਹੁਣ ਘੁੰਮੇਗਾ। ਰਹਾਉ ਤੋਂ ਬਾਅਦ ਆ ਗਿਆ ਪਹਿਲੀ ਸਟੇਜ। ਕੋਈ ਕਹਿੰਦਾ ਮੈਂ ਤੇ ਜਦੋਂ ਇਹ ਰਤਨ ਕੋਠੜੀ ਆਂਦਾ ਦਿਸੀ ਮੈਂ ਤੇ ਗੁੰਮਸੁੰਮ ਹੀ ਹੋ ਗਿਆ, ਬਿਸਮ ਹੀ ਹੋ ਗਿਆ, ਬੋਲ ਹੀ ਨਹੀਂ ਸਕਦਾ। ਮੈਨੂੰ ਬਾਣੀ ਚਾਹੁੰਦਾ ਵੀ ਜਦੋਂ ਇਹ ਅਵਸਥਾ ਹੋ ਜਾਂਦੀ ਹੈ, ਮਿਲ ਸਖੀਆਂ ਪੁੱਛੇ ਕਉ ਕੰਤ ਨਿਸ਼ਾਨੀ। ਰਸ ਪ੍ਰੇਮ ਭਰੀ ਉਹ ਬੋਲ ਨਾ ਜਾਣੀ। ਆਲੇ ਦੁਆਲੇ ਝੁਰਮੁੰਡ ਪਾ ਜਾਂਦਾ ਗੁਰਸਿੱਖਾਂ, ਯਾਰ ਤੈਨੂੰ ਕੀ ਹੋ ਗਿਆ, ਤੂੰ ਬੋਲਦਾ ਹੀ ਨਹੀਂ, ਗੁੰਮ ਹੋ ਗਿਆ, ਉਹ ਨਹੀਂ ਬੋਲ ਸਕਦਾ। ਬੋਲੇਗਾ ਉਹ ਜਿਹਨੇ ਪਾਈ ਨਹੀਂ ਇਹ ਅਵਸਥਾ, ਉਹ ਬੜੀਆਂ ਫੜਾ ਮਾਰੇਗਾ। ਉੱਥੇ ਜਾ ਕੇ ਬੰਦਾ ਚੁੱਪ ਹੋ ਜਾਂਦਾ। ਇਹ ਬੇਸਮਨ ਬੇਸਮ ਪੇਖਿਓ, ਦੋ ਲਫ਼ਜ਼ ਆਉਣਗੇ ਇੱਕ ਬਾਣੀ 'ਚ, ਦੇਖਿਓ ਇੱਕ ਪੇਖਿਓ। ਪੇਖਿਓ ਆ ਅੰਦਰ ਦੇਖਦਾ, ਅੰਦਰ ਦੇ ਦੇਖਣ ਨੂੰ ਪੇਖਣ ਕਿਹਾ ਹੈ ਬਾਣੀ 'ਚ। ਇਸ ਕਰਕੇ ਉਹ ਬੇਸਮਨ ਬੇਸਮ ਹੋਰ ਮਸਤ ਹੋਈ ਜਾਂਦਾ, ਹੋਰ ਗੁੰਮ ਸੁੰਮ ਹੋਈ ਜਾਂਦਾ ਜਦੋਂ ਇਹ ਚੀਜ਼ਾਂ ਦੇਖਦਾ ਹੈ ਅੰਦਰ। ਬੇਸਮਨ ਬੇਸਮ
ਜੋ ਪੀਖਿਓ ਕਹਿਨ ਨਾ ਜਾਏ ਵਡਿਆਈ। ਕਹਿੰਦਾ ਮੈਂ ਕੀ ਕਰਾਂ, ਅੰਦਰ ਜੋ ਹੋ ਰਿਹਾ ਉਹਦੇ ਤੇ ਵਡਿਆਈ ਬੇਅੰਤਾ, ਸਾਰੀ ਗਾਹ ਹੁਣ ਵਡਿਆਈ ਆਏਗੀ। ਬਿਸਮਨ ਬਿਸਮ ਭੈ ਜੋ ਪੀਖਿਓ ਕਹਿਨ ਨਾ ਜਾਏ ਵਡਿਆਈ। ਕਹਿਣ ਦੇ ਨੰਨੇ ਨੂੰ ਔਂਕੜ ਦੇ ਗਏ ਵੀ ਤੂੰ ਬੋਲ ਕੇ ਕਿਸੇ ਨੂੰ ਦੱਸ ਨਹੀਂ ਸਕੇਗਾ, ਨਹੀਂ ਤੇ ਡਿੱਗ ਜਾਏਗਾ ਉਸ ਖੰਡ 'ਚ। ਤਾਂ ਕਹਿਣ ਦੇ ਨੰਨੇ ਨੂੰ ਔਂਕੜ ਦੇ ਗਏ, ਹਾਈਲਾਈਟ ਕਰ ਗਏ ਵੀ ਦੇਖੀ ਕਹਿ ਨਾ ਦੇਂ ਕਿਤੇ ਬਾਹਰ ਜਾ ਕੇ। ਇਹ ਆ ਹੈ ਸ਼ਬਦ ਦੇ ਦਰਸ਼ਨ ਕਰਕੇ ਔਰ ਪਿਆਰ ਨਾਲ ਪੜ੍ਹਨਾ। ਬਿਸਮਨ ਬਿਸਮ ਭੈ ਜੋ ਪੀਖਿਓ ਕਹਿਨ ਨਾ ਜਾਏ ਵਡਿਆਈ। ਕਹਿਨ ਨਾ ਜਾਏ ਵਡਿਆਈ। ਹੋਰ ਮਗਨ ਹੋ ਗਿਆ ਜਪਣ ਚ। ਮਗਨ ਕਹਿੰਦੇ ਹੈ ਇੱਕ ਮਚਣਾ ਕਹਿੰਦੇ ਆ, ਮਾਤੇ। ਮਗਨ ਭੈ ਉਹਾਂ ਸੰਗ ਮਾਤੇ। ਅਸੀਂ ਖੁੱਲ੍ਹਾ ਜਿਹਾ ਖੋਲ ਦਈਏ ਵੀ ਜਦੋਂ ਬੀਬੀਆਂ ਗਿੱਧਾ ਪਾਉਂਦੀਆਂ ਹੈ ਪਿੰਡੀ ਸਾਈਂ ਇਕੱਠੀਆਂ ਹੋ ਕੇ ਸਾਰੀਆਂ, ਉਹ ਗਿੱਧੇ ਵਿੱਚ ਇੰਨੀਆਂ ਮੱਚ ਜਾਂਦੀਆਂ, ਗੁੰਮ ਹੋ ਜਾਂਦੀਆਂ। ਉਹ ਅਵਸਥਾ ਵੀ ਅਸੀਂ ਦੇ ਅੰਦਰ ਆ ਰਹੀ ਹੈ। ਕਹਿੰਦੇ ਮਗਨ ਗਿੱਧਾ ਮਗਨ ਹੋ ਜਾਂਦੇ ਆ, ਔਰ ਮਾਤੇ ਕਹਿੰਦੇ ਮੱਚ ਜਾਂਦੀਆਂ ਗਿੱਧਾ ਪਾ ਪਾ। ਇਸ ਤਰ੍ਹਾਂ ਸ਼ਬਦ ਦੀ ਕਮਾਈ 'ਚ ਬਿਆਸੀ ਉਸ ਵੇਲੇ ਮੱਚ ਉੱਠਦਾ ਔਰ ਮਗਨ ਹੋ ਜਾਂਦਾ। ਮਗਨ ਭਏ ਉਮਾ ਸੰਗ ਮਾਤੇ ਸਮ ਭਏ ਜੋ ਪੀਖਿਓ ਕਹਿਨ ਨਾ ਜਾਏ ਵਡਿਆਈ। ਕਹਿਨ ਨਾ ਜਾਏ ਵਡਿਆਈ। ਨੰਨੇ ਨੂੰ ਔਂਕੜ ਦੇ ਗਏ, ਕਹਿਨ ਨਾ ਜਾਏ ਵਡਿਆਈ। ਕਹਿਨ ਨਾ ਜਾਏ ਵਡਿਆਈ। ਮਗਨ ਭਏ ਉਹਾਂ ਸੰਗ ਮਾਤੇ ਪੋਤੇ ਪੋਤੇ ਲਪਟਾਈ। ਪੋਤੇ ਪੋਤੇ ਲਪਟਾਈ। ਆ ਓਤ ਪੋਤ ਬਹੁਤ ਵਾਰੀ ਬਾਣੀ 'ਚ ਆਏਗਾ ਲਫ਼ਜ਼। ਓਤ ਪੋਤ ਹੁੰਦਾ ਜਿਸ ਵੇਲੇ ਜੁਲਾਹਾ ਆਪਣੀ ਖੱਡੀ ਬੁਣਦਾ ਹੈ, ਕੁੱਚ ਵਾਹੁੰਦਾ ਹੈ, ਉਹ ਤਾਣਾ ਐਨ ਥੱਲੇ ਪੈਰਾਂ ਦੇ ਚਪਟੀਆਂ ਹੁੰਦੀਆਂ ਸਾਰੀਆਂ। ਉਹ ਖੱਦਰ ਬੁਣਦਾ ਹੈ, ਪਹਿਲਾਂ ਸਿੱਧੇ ਤਾਣੇ ਨੂੰ ਤਾਣ ਕੇ ਉਹਦੇ ਲਪੇਟ ਕੇ ਉਹਨੂੰ ਫਿਰ ਢਿੱਲਾ ਢਿੱਲਾ ਕਰ ਦੋ। ਫਿਰ ਉਹਦੇ ਪਹਿਲਾਂ ਸਿੱਧੇ ਤੰਦ, ਇੱਕ ਲੌਂਗੀਟਿਊਡਨਲ ਲੰਮੇ ਤੰਦ ਪਾਏ ਹੁੰਦੇ, ਫਿਰ ਇੱਕ ਉਹਨਾਂ ਦੇ ਵਿੱਚ ਦੀ ਇੱਕ ਤੰਦ ਘਮਾਉਣਾ। ਜੇ ਇਹ ਚੀਜ਼ ਨਾ ਸਮਝੀ ਵੀ ਪਹਿਲਾਂ ਪੁਰਾਤਨ ਖੱਦਰ ਕਿੱਦਾਂ ਬੁਣਦੇ ਸੀ, ਜੁਲਾਏ ਹੁਣ ਵੀ ਬੁਣਦੇ ਆ, ਤੋ ਸਿੱਧੇ ਤੰਦ ਹੁੰਦੇ ਸੀ ਔਰ ਇੱਕ ਡੂੰਘਾ ਸਾਰਾ ਪੈਰ ਕੱਢ ਕੇ ਖੁੱਤਾ ਜੀ ਉਹਦੇ ਉੱਤੇ ਬੈਠ ਜਾਂਦਾ ਸੀ, ਲੱਤਾਂ ਠਾਂ। ਉਹਦੇ ਕੋਲ ਦੋ ਚਪਟੀਆਂ ਥੱਲੇ ਹੁੰਦੀਆਂ ਸੀ, ਜਿੱਦਾਂ ਤੁਹਾਡਾ ਐਕਸਲੇਟਰ ਤੇ ਬ੍ਰੇਕਾਂ ਹੁੰਦੀਆਂ। ਕਾਰ ਚਲਾਉਣ ਲੱਗੇ ਤੁਸੀਂ ਵੀ ਉਹ ਦੋਨਾਂ ਨੂੰ ਐਂ ਦੱਬਦੇ ਕਦੀ ਜਿਹਦੀ ਜ਼ਰੂਰਤ ਹੋਵੇ। ਐਦਾਂ ਜੁਲਾਈ ਦੇ ਥੱਲੇ ਦੋ ਪੈਰਾਂ ਦੇ ਪੱਟੀਆਂ ਹੁੰਦੀਆਂ ਔਰ ਉਹ ਇੱਕ ਨੂੰ ਦੱਬਦਾ, ਫਿਰ ਦੂਸਰੇ ਉਹਨੂੰ ਢਿੱਲੀ ਛੱਡਦਾ, ਉਹਨੂੰ ਦੱਬਦਾ। ਉਹ ਜਿਹੜੇ ਲੰਮੇ ਤੰਦ ਹੁੰਦੇ ਨਾ ਉਹਨਾਂ ਦੀ ਵਿੱਚ ਦੀ, ਔਰ ਫਿਰ ਉਹ ਜਦੋਂ ਦੱਬਦਾ ਹੈ ਹੇਠਲੇ ਤੰਦ ਤਾਂ ਆ ਜਾਂਦੇ ਆ ਜਦੋਂ ਉਹ ਖਾਲੀ ਜਗ੍ਹਾ 'ਚੋਂ ਕੁੱਚ ਮਾਰਦਾ। ਫਿਰ ਜਿਹੜੀ ਕਿਸ਼ਤੀ ਜਿਹੀ ਉਹਨੂੰ ਲੱਕੜੀ ਦੀ ਹੁੰਦੀ, ਉਹਦੇ 'ਤੇ ਸਾਰਾ ਇੱਕ ਧਾਗਾ ਜਿਹਾ ਲਿਪਟਿਆ ਹੁੰਦਾ ਜਿੱਦਾਂ, ਅਤੇ ਉਹ ਉਹਦੇ ਵਿੱਚੋਂ ਨਲਕੀ ਹੁੰਦੀ, ਧਾਗਾ ਹੁੰਦਾ। ਉਹ ਫਿਰ ਕੁੱਚ ਵਹਾਉਂਦਾ, ਉੱਧਰੋਂ ਪੈਰ ਨੱਪਦਾ, ਉੱਧਰੋਂ ਕੁੱਚ ਸੁੱਟਦਾ, ਉੱਧਰੋਂ ਖੱਬੇ ਹੱਥ ਨਾਲ ਫਿਰ ਕੁੱਚ ਸੁੱਟਦਾ। ਤਾਣੇ ਤਾਂ ਠਾਂ ਹੁੰਦੇ, ਉਹਦੇ ਵਿੱਚ ਇੱਕ ਤੰਦ ਫਿਰ ਲਿਪਟਿਆ ਜਾਂਦਾ, ਸਾਰੀਆਂ ਤਾਂ ਕਿਤੇ ਖੱਦਰ ਬੁਣਿਆ ਜਾਂਦਾ। ਇਸ ਤਰ੍ਹਾਂ ਕਹਿੰਦਾ ਮੈਂ ਪਰਮੇਸ਼ਰ ਦਾ ਨਾਮ ਦੇ ਨਾਲ ਓਤ ਪੋਤ ਲਪਟਾਈ, ਇਹ ਸਭ ਕੁਛ ਮੈਂ ਲਿਪਟਿਆ, ਵਿੱਚ ਮੈਨੂੰ ਕੋਈ ਸੁਰਤ ਨਹੀਂ ਬਾਹਰ ਨਹੀਂ ਹੋਣ। ਤੋ ਜਿੱਦਾਂ ਖੱਦਰ ਦਾ ਉਹ ਕੁਛ ਤੰਦ ਜਿਹੜਾ ਕ੍ਰੋਸ ਵਾਈਜ਼ ਮਾਰਦਾ, ਉਹ ਹੇਠ ਉੱਤੇ ਹੇਠ ਉੱਤੇ ਹੇਠ ਉੱਤੇ ਜਾਂਦਾ, ਔਰ ਸਾਰੇ ਤੰਦਾਂ ਕਹਿੰਦਾ ਮੈਂ ਇੱਦਾਂ ਰੱਬ ਦੇ ਨਾਮ ਦੇ ਨਾਲ ਔਰ ਰੱਬ ਦੇ ਨਾਲ ਓਤ ਪੋਤ ਹੋ ਕੇ ਲਪਟ ਹੋ ਗਿਆ। ਓਤ ਪੋਤੇ ਲਪਟਾਈ, ਪੋਤੇ ਪੋਤੇ ਲਪਟਾ। ਬਹੁਤ ਵਾਰੀ ਲਫ਼ਜ਼ ਆਏਗਾ, ਪਰ ਸਮਝੋ। ਓਤੇ ਪੋਤੇ ਲਪਟਾਈ,
पोते पोते लपटाए। और फिर मगन है नाम च, कोई सुरत नहीं ओनू बाहर ली। मगन भये तुहां संग मां, मगन भये तुहां संग माते। पोते पोते लपटाई, पोते पोते लपटाई। दो डंडियां एक आ गया, हुण रहा धरा सकते हैं। ये सब कुछ काहदे ना होया, सतगुर सब दे उजारू दीपा। सतगुर सब दे उजारू दीपा। अगली कला चढ़ी, आल जाल नहीं कछु जंजारा। और जिन्हां जंजालां च मैं फसिया सी उन्हां नूं छड्डिया नहीं मैं, पर उन्हां दे विच मैं अंदरले बन्ने मेरे कोई आल जाल नहीं, हुण कोई माया नहीं, कोई तंदड़ा, कोई मैनूं फिकर नहीं किसी चीज़ दा। आल जाल नहीं ना, मैं कोई जंजारा, कोई झगड़ा ही नहीं अंदर। मैं बस जदों ऐन इस बिरती च आया उत्थे कोई सुरत ही नहीं मैनू बाहर ली। आल जाल नहीं कछु जंजाल। सब तो वड्डा आया भी मेरी हौमे मर गया उत्थे। इन्नी भोरिया जन्ना भी नहीं मेरे च हौमे रही। सब तो वड्डा रोग है जो इंसान नू हौमे रोग मानक को दीना। रब ना तदे विछड़िया ही हौमे करके है। कहते मेरी हौमे खत्म हो गई। आहंग बुद्धे कहते आ हौमे दी बुद्ध। आहंग बुद्धे नहीं पूरा, आहंग बुद्धे नहीं पूरा। आल जाल नहीं कछु जंजाल। उदा ही चल रहा। अंदर कोठड़ी दिसी, शब्द की कमाई की और पहला मगन पए और सब कुछ उतनिया चीजा होइया। फिर आया पौडा। आल जाल नहीं कछु जंजार। आहंग बुद्धे नहीं पूरा, आहंग बुद्धे नहीं पूरा। आहंग बुद्धे नहीं पूरा। पूरा कोई जिन्नी भी रही। देखो संस्कृत की गुलामी उतारी है। ਐਡਾ ਵੱਡਾ ਗਿਆਨ ਗੁਰੂਆਂ ਔਰ ਭਗਤਾਂ ਨੇ ਗੁਰਮੁਖੀ ਲਿਪੀ ਪੰਜਾਬੀ ਚ ਔਰ ਸਾਨੂੰ ਔਰ ਕਹਿੰਦੇ ਇੰਨੀ ਭੋਰਾ ਭੋਰਾ ਕਹਿੰਦੇ ਛੋੜੀ ਜੀ ਨੂੰ। ਹੁਣ ਕਿਤਾ ਸੰਸਕ੍ਰਿਤ ਦੇ ਮੁਸ਼ਕਲ ਗੁਲਾਮੀ ਸੀ ਜੁਗਾਂ ਜੁਗਾਂ ਦੀ ਜਿਹੜੀ ਗੁਰੂਆਂ ਭਗਤਾਂ ਨੇ ਇਸ ਗਿਆਨ ਨਾਲ ਨਹੀਂ ਕੱਟੀ। ਕੋਈ ਐਸੀ ਜ਼ੁਬਾਨ ਪੜ੍ਹਨ ਦੀ ਲੋੜ ਨਹੀਂ। ਸਾਰੀਆਂ ਜੋ ਆਮ ਜ਼ਮਾਨਾ ਸਾਰੀਆਂ ਜ਼ੁਬਾਨਾਂ 'ਚ ਗਿਆਨ ਦਿੱਤਾ कि आम आदमी समझ सके। आल जाल नहीं कछु जंजार। आहंग बुद्धे नहीं पूरा, आहंग बुद्धे नहीं पूरा। ऊंचन ऊंचा इन्ना तां चढ़ गया, फिर तां चढ़ के वो थले डोरी नहीं खिंच लेंदा, मुड़ के भगा के भी तानू थले आवे। कहता ਉਹ ਫਿਰ ਖਿੱਚ ਵਾਪਸ ਉਹਨੇ ਤੈਨੂੰ ਖਿੱਚਣਾ ਹੀ ਨਹੀਂ ਹੈ। ਤੂੰ ਥੱਲੇ ਡਿੱਗ ਸਕਦਾ ਹੀ ਨਹੀਂ। ਜਿਹੜੀ ਸਪਿਰਿਚੁਅਲ ਸਟੇਜ ਤੇ ਚੜ ਗਿਆ ਤੂੰ। ਜੇ ਤੂੰ ਨਹੀਂ ਚੜਿਆ ਤੂੰ ਡਿੱਗਦਾ ਹੈ, ਤੂੰ ਹਲੀ ਚੜਿਆ ਹੀ ਨਹੀਂ ਸੀ। ਸੀ ਹੱਡ ਬੀਤੀਆਂ ਤਾਂ ਦੱਸਦੇ ਅਸੀਂ ਬੜੀ ਬੜੀ ਜ਼ਿੰਦਗੀ 'ਚ ਚੀਜ਼ਾਂ ਦੇਖੀਆਂ। ਉਹ ਜੀ ਫਲਾਨਾ ਬੜਾ ਚੜਿਆ, ਬਹੁਤ ਚੜਿਆ। ਫਿਰ ਆ ਕੇ ਉਹਦੀ ਗੱਲਾਂ ਸੁਣ ਕਹਿੰਦੀ ਉਹ ਤੇ ਡਿੱਗ ਪਿਆ। ਸਾਡੀ ਬਾਣੀ ਕਹਿੰਦੀ ਹੈ ਜਿਹੜਾ ਚੜਿਆ ਉਹ ਕਦੀ ਨਹੀਂ ਡਿੱਗਦਾ। ਬਾਣੀ ਕਹਿੰਦੀ ਹੈ ਜਿਹੜਾ ਡਿੱਗਦਾ ਉਹ ਕਦੀ ਚੜਿਆ ਹੀ ਨਹੀਂ। ਉਹਨੇ ਐਵੇਂ ਢੋਂਗ ਰਚੇ ਅਸੀਂ ਚੜ੍ਹਦਾ। ਆਹ ਬਾਣੀ 'ਚੋਂ ਅਸੀਂ ਚੀਜ਼ਾਂ ਲੈਣੀਆਂ। ਮਹਾਰਾਜ ਕਹਿੰਦੇ ਹੈ ਊਚਨ ਊਚਾ ਬੀਚ ਨਾ ਖੀਚਾ। ਇਹਨੂੰ ਤਾਂ ਚੜਾ ਕੇ ਫਿਰ ਖਿੱਚ ਲੈਂਦਾ ਸਾਨੇ। ਊਚਨ ਊਚਾ ਬੀਚ ਨਾ ਖੀਚਾ। ਉਸ ਵੇਲੇ ਕੀ ਹੋ ਜਾਂਦਾ? ਹਾਂ ਤੇਰਾ ਜਿੱਥੇ ਹਾਂ ਆ ਜੇ ਉਹ ਮੈਂ ਵੈ। ਹਾਂ ਤੇਰਾ ਤੂੰ ਮੋਰਾ।
देखो कैसा मिल गया विचे हो तेरा ए तू। कौन लिख रहा है? 16 साल की उम्र का बच्चा 11वीं च पढ़ता हो, 16 साल की उम्र का यह बच्चा साहब श्री गुरु अर्जन देव जी महाराज गुरु नानक की गद्दी ते बैठ के ते आ शब्द लिख रहे। देखो, और सब तो ज्यादा शब्द इस बच्चे नूं आए। बच्चा तो नहीं कहना पूर्ण, लेकिन यह भी आम दुनिया की निगाह दे विच सारा देखो किड्डा वड्डा गुरु साडा है जिहने सारा ज्ञान सांभिया। और फिर उसदा एंड देखो, तत्तियां तवियां ते भुन सिटिया उन्होंने फड़ के। उन्हां दी अवस्था की सी? ऊचल ऊंचा बीच न खींचा हो तेरा तू मोरा। डीजट आ गया, हिंसा आ गया, हुण रहाव धरावांगे असी। काहदे नाल होया? सतगुर शब्द गाउण वाले ना नहीं, ज्ञान वाले ना नहीं, जपण वाले शब्द ना। सतगुर शब्द उजारू दीप, ये सतगुर शब्द उजारू दीप। होर सटे चढ़ी, होर गां चढ़ाई हुई, एक अंकार एको पासा। ध्यान रहे दर्शन करके पढ़न दा फायदा। कक्के नूं औंकड़ है, एक नहीं कहना, एको प्रोनाउंसिएशन औंकड़ो भी एक नहीं कहना, एक अंकार एको पासा। जे को ना कहांगे उस घर च गा नहीं सकांगे, औखे होवांगे। एक पासा नहीं, एक अंकार एको पासारा। एक है अपरे अपारा, एक है अपरे अपारा। होर होया तां चढ़िया, एको बिस्थिरन एको संपूरन। पूरा बिको ही है सारा, सारियां च भी वो है, संपूर्ण भी वो है, और विस्तीर्ण कहते है थोड़ा थोड़ा सारा सारा हर एक च है। की है रब? भाई साहब जी जिन्हां दियां चढ़ाइयां है, जिन्हां ने वाहिगुरु मंत्र अखीरली उम्र च बाते जपिया, ਉਹ ਸੀ स्वामी विवेकानंद ਦਾ गुरु स्वामी रामाकृष्ण परमहंस। ਇਹਦੇ ਸਾਰੀ ਦੁਨੀਆ 'ਚ ਸੈਂਟਰ ਹੈ। ਉਹ ਇਸ ਅਵਸਥਾ ਦੀ ਗੱਲ ਦੱਸਦਾ ਹੈ ਆਪਣੀ ਕਿਤਾਬਾਂ 'ਚ, ਆਪਣੇ ਗਿਆਨ 'ਚ। ਉਹ ਅਖੀਰਲੀ ਉਮਰ 'ਚ, ਅਸੀਂ ਪਿੱਛੇ ਦੱਸ ਆਏ ਹਾਂ, ਉਹ ਵਾਹਿਗੁਰੂ ਮੰਤਰ ਜਪਿਆ ਉਹਨੇ, क्योंकि उन्होंने कहा भी यही एक मंत्र है जो पहले वेदों शास्त्रों में नहीं था, ये गुरु नानक इससे आया है, और अब इसको हमने जपा है। यही एक दुनिया का मंत्र है, परमेश्वर का नाम, जो अर्धा उर्दी अभ्यास पे टिक सकता है। अब तो यही जप कर प्राण देंगे। इस करके वो ना आ वाहिगुरु मंत्र अर्धा, ये अब तो यही, दूसरा को मंत्र ऐसा नहीं है। और ये मंत्र उन्होंने कहा साइंटिफिकली बैलेंस्ड है। बड़े पढ़े लिखे थे, उन्होंने किताब का मैं वर्का पढ़िया कालेज में सारा, आ हुण तुकती तां समझ आउंदी। ते वो कहते ने भी किसी ने जे रब देखना है, जदों अंदर ये हुंदा, किस तरह सारियां च आ जांदा है। मैंने दुनिया असीं जेड़े जेड़े कमाई कर ਉਹਦੇ अंदर, वो कहंदा 7-8 ਘੜੇ ਚਾਨਣੀ ਰਾਤ ਦੇ ਵਿੱਚ 7 ਘੜੇ ਪਾਣੀ ਦੇ ਭਰ ਕੇ ਰੱਖ ਲਓ, ਨਾਲ ਜੋੜ ਜੋੜ ਕੇ ਸਾਰੇ 7 ਘੜੇ ਥੋੜੇ ਜਿਹੇ ਫਿਰ ਬਿੱਤ ਤੇ। ਉਧਰ ਫੁੱਲ ਮੂਨ ਨਾਈਟ ਹੋਵੇ, ਚੰਦਰਮਾ ਚੜਿਆ ਹੋਵੇ, ਔਰ ਐਸੇ ਬੋਰਡ ਤੇ ਰੱਖੋ ਜਿੱਥੇ ਜਿੱਥੇ ਉਹ ਥੋੜਾ ਜਿਹਾ ਜੇ ਉਹ ਬੋਰਡ ਜਿੱਥੇ ਪਿਆ ਜੇ ਹਿੱਲ ਗਿਆ ਤੇ ਉਹਨਾਂ ਦਾ ਅੰਦਰਲਾ ਪਾਣੀ ਛਲਕ ਕੇ ਤੇ ਜਿਹੜੀ ਚੀਜ਼ ਚੰਦਰਮਾ ਦਾ ਅਕਸ ਆ ਰਿਹਾ ਉਹ ਬੰਦ ਹੋ ਜਾਏਗਾ।
ਕਹਿੰਦੀ ਜਦੋਂ ਐਨ ਸਾਰੇ ਟੇਬਲ ਤੇ ਸੱਤੇ ਘੜੇ ਪਏ ਹੋਣ ਔਰ ਟੇਬਲ ਨਾ ਹਿੱਲੇ, ਉਹ ਸਾਰਾ ਪਲੇਟਫਾਰਮ ਤੇ ਸੱਤਾਂ ਦੇ ਵਿੱਚ ਹੀ 7 ਚੰਦਰਮੇ ਆ ਜਾਣਗੇ। ਅੰਦਰ ਜਦੋਂ ਮਨ ਖੜਾ ਹੈ, ਉੱਤੋਂ ਚੰਦਰਮਾ ਹੈ, ਉਹ ਸੱਤਾਂ ਦੇ ਵਿੱਚ ਐਨ ਦਿਸ ਰਿਹਾ ਸਾਰਾ, ਲੇਕਿਨ ਉਹ ਹਿੱਲਿਆ ਨਹੀਂ ਤੇ ਉਹ ਹੋਇਆ ਨਹੀਂ। ਇਸ ਕਰਕੇ ਮਨ ਜਦੋਂ ਟਿਕ ਜਾਂਦਾ ਹੈ, ਇਹਦੇ ਅੰਦਰ ਹੀ ਰੱਬ ਆ ਜਾਂਦਾ ਹੈ। ਉਹ ਏਕ ਓੰਕਾਰ ਏਕੋ ਪਾਸਾਰਾ, ਹਰੇ ਚ ਕੀ ਹੈ? ਏਕ ਓੰਕਾਰ ਏਕੋ ਪਾਸਾਰਾ, ਏਕ ਹੈ ਆਪਰੇ ਅਪਾਰਾ, ਏਕ ਹੈ ਅਗਰੇ ਅਪਾਰਾ, ਏਕੋ ਬਿਸਥੀਰਨ ਏਕੋ ਸੰਪੂਰਨ, ਏਕ ਹੈ ਪ੍ਰਾਨ ਆਧਾਰਾ। ਆ ਪ੍ਰਾਨਾਂ ਦਾ ਆਧਾਰ ਬਣ ਜਾਂਦਾ ਫਿਰ ਜਿੱਥੇ ਬਾਬੇ ਨਾਨਕ ਦੀ ਹੈ ਏਕ ਸ਼ਬਦ, ਮੇਰੇ ਪ੍ਰਾਨੇ ਵਸਤ ਹੈ, ਬਾਹੜੇ ਜਨਮੇ ਨਾ ਆਵਾਂ। ਐਡੀਆਂ ਐਡੀਆਂ ਕਮਾਈਆਂ ਜਦੋਂ ਹੋ ਜਾਂਦੀਆਂ, ਬਾਬਾ ਨਾਨਕ ਕਹਿੰਦਾ ਮੇਰਾ ਸ਼ਬਦ ਹੀ ਪ੍ਰਾਨਾਂ 'ਚ ਵਸ ਗਿਆ ਔਰ ਮੇਰਾ ਜਨਮ ਮਰਨ ਮੁੱਕ ਗਿਆ। ਉਹ ਹੈ ਏਕੋ ਬਿਸਥੀਰਨ ਏਕੋ ਸੰਪੂ। ਦੋਨਾਂ ਨੂੰ ਕੱਕਿਆਂ ਨੂੰ ਔਂਕੜ ਹੈ, ਜੇ ਨਾ ਬੁਲਾਵਾਂਗੇ ਅਸੀਂ ਗਾ ਨਹੀਂ ਸਕਾਂਗੇ ਉਸ ਟਿਊਨ 'ਚ। ਘਰ ਦੇ ਵਿੱਚ ਏਕੋ ਬਿਸਥੀਰਨ ਏਕੋ ਸੰਪੂਰਨ, ਏਕ ਹੈ ਪ੍ਰਾਨ ਆਧਾਰਾ, ਏਕ ਹੈ ਪ੍ਰਾਨ ਆਧਾਰਾ। ਅਖੀਰਲਾ ਤੋੜੇ ਦੇ ਬੰਦ ਆਏ ਹੁਣ, ਔਰ ਇਹ ਸਭ ਕੁਛ ਕਾਹਦੇ ਨਾਲ ਹੋ ਰਿਹਾ? ਜਿਉਂ ਜਿਉਂ ਚੜ੍ਹਦਾ ਜਾਂਦਾ ਉਹ ਵਸਤਾਂ ਲਿਖੀਆਂ। ਇਹ ਸਤਿਗੁਰ ਸਭ ਦੇ ਤੁਝਾਰੋ ਦੀਪਾ, ਇਹ ਸਤਿਗੁਰ ਸਭ ਦੇ ਤੁਝਾਰੋ ਦੀਪਾ, ਨਿਰਮਲ ਨਿਰਮਲ। ਉੱਥੇ ਜਾ ਕੇ ਸਭ ਮੈਲ ਗੋ, ਕੋਈ ਨਾਮ ਵੀ ਨਿਰਮਲ, ਰੱਬ ਵੀ ਨਿਰਮਲ, ਭਗਤ ਵੀ ਨਿਰਮਲ, ਵਿਆਸੀ ਵੀ, ਆਲੇ ਦੁਆਲੇ ਸਭ ਨਿਰਮਲ ਹੀ ਨਿਰਮਲ, ਕੋਈ ਮੈਲ ਨਹੀਂ ਹੋਣਾ। ਨਿਰਮਲ ਨਿਰਮਲ, ਉਹ ਫਿਰ ਨਾਲ ਸੁੱਚਾ ਵੀ ਤੇ ਉੱਚਾ ਵੀ। ਨਿਰਮਲ ਨਿਰਮਲ ਆਵੇ ਪਰਮੇਸ਼ਰ ਦਾ ਰੂਪ। ਨਿਰਮਲ ਨਿਰਮਲ ਸੂਚੋ ਸੂਚੋ ਸੂਚਾ, ਇਹ ਸੂਚੋ ਸੂਚੋ ਸੂਚਾ, ਅੰਤ ਨ ਅੰਤ ਸਦਾ ਬੇਅੰਤ। ਉਹਦਾ ਅੰਤ ਫੇਰ ਵੀ ਨਹੀਂ ਪੈ ਲੈਂਦਾ, ਜਿਉਂ ਜਿਉਂ ਹੋਰ ਚੜ੍ਹਦਾ ਉਹ ਹੋਰ ਵੱਡਾ ਹੁੰਦਾ ਜਾਂਦਾ। ਅੰਤ ਨ ਅੰਤ ਸਦਾ ਬੇਅੰਤ। ਅੱਗੇ ਕਮਾਲ ਦੀ ਤੋੜੇ ਦੀ ਤੁਕ ਲਾ ਰਿਹਾ ਗੁਰੂ ਅਰਜਨ ਦੇਵ ਜੀ। ਨਾਨਕ ਛਾਪ ਹੈ ਇੱਥੇ, ਉਹ ਹੈ ਹੇ ਨਾਨਕ ਤੂੰ ਵੀ ਕਹੀ ਜਾ ਉਹਦੇ ਨਾਮ ਨੂੰ ਉੱਚੋ ਉੱਚਾ ਨਾ। ਇਹ ਨਾ ਵੀ ਮੈਨੂੰ ਸਾਰੀਆਂ ਵਸਤਾਂ ਮਿਲ ਜਾਣ, ਕਾਹਲਾ ਨਾ ਪਈ, ਤੂੰ ਨਾਮ ਨੂੰ ਕਹੀ। ਕਹੋ ਨਾਨਕ ਜਿੱਥੇ ਆ ਜਾਏ। ਸਭ ਤੋਂ ਜ਼ਿਆਦਾ ਨਾਮ ਜਪਣ ਦਾ ਹੁਕਮ ਕਹਿਣ ਦਾ ਹੈ, ਔਰ ਸਾਰੀ ਬਾਣੀ 'ਚ ਕਿੰਨਾ ਆਇਆ ਕਹੋ ਨਾਨਕ, ਕਹੋ ਨਾਨਕ, ਕਹੋ ਨਾਨਕ ਕਰ ਭਜ ਮਨਾ। ਕਹੋ ਇਹਦਾ ਮਤਲਬ ਹੈ ਹੇ ਨਾਨਕ ਤੂੰ ਵੀ ਨਾਮ ਨੂੰ ਕਹਿ। ਕਿਹਨੂੰ ਕਹਿਣਾ ਹੈ? ਇਹਦੀਆਂ ਆ ਵਡਿਆਈਆਂ ਹੈ। ਇਹ ਸਤਿਗੁਰ ਸਭ ਦੇ ਉਜਾਰੂ ਦੀਪਾ। ਕੀ ਹੋਇਆ ਅਖੀਰ ਤੇ? ਨਿਰਮਲ ਨਿਰਮਲ ਸੂਚਾ ਸੂਚੋ ਸੂਚਾ, ਇਹ ਸੂਚਾ ਸੂਚੋ ਸੂਚਾ, ਅੰਤ ਨ ਅੰਤਾ ਇਹ ਸਦਾ ਬੇਅੰਤਾ। ਕਹੋ ਨਾਨਕ ਉੱਚੋ ਉੱਚਾ, ਕਹੋ ਨਾਨਕ ਉੱਚਾ। ਕਹਿ ਕਹਿ ਕੇ ਭਗਤੀ ਕਰਨੀ ਹੈ। ਤਦੇ ਬਾਬੇ ਨਾਨਕ ਨੇ ਕਿਹਾ ਉਹ ਮੈਂ ਤੈਨੂੰ ਕਹੀ ਜਾਣਾ। ਦੇਖੋ ਕਿੰਨੀ ਗਰੀਬੀ 'ਚ ਇਹ ਸ਼ਲੋਕ ਬਾਬੇ ਨਾਨਕ, ਔਰ ਜਿੱਦਾਂ ਉਹਨਾਂ ਨੇ ਜਪਿਆ ਨਾਮ ਸਾਨੂੰ ਦੱਸ ਰਿਹਾ। ਇਹ ਨਾਨਕ ਤੂੰ ਵੀ ਨਾਮ ਨੂੰ ਕਹਿ। ਕਿੱਦਾਂ? ਇੱਕ ਆਖੇ ਆਖੇ ਸਬਦ ਆਖੇ, ਇੱਕ ਆਖੇ ਆਖੇ ਸ਼ਬਦ
ਦਿਨ ਰਾਤੇ ਮੈਂ ਇੱਕ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ